ਗੁਰਦਾਸ ਮਾਨ ਵਗੈਰਾ ਇਹ ਸਾਰੇ ਉਦੋਂ ਭੰਗੜੇ ਦੇ ਵਿੱਚ ਸਾਡੇ ਨਾਲ ਗਏ ਸੀ। ਬੀਅਰ ਪੀ ਲੈਂਦੇ ਸੀ ਅਤੇ ਬਾਕੀ ਖਾਣ ਪੀਣ ਦਾ ਸਮਾਨ ਸਾਰਾ ਹੁੰਦਾ ਸੀ ਉੱਥੇ, ਉਹ ਖਾ ਪੀ ਲੈਂਦੇ ਸੀ। ਫਿਰ ਹੌਲੀ ਹੌਲੀ ਉਹਨਾਂ ਨੇ ਆਪਣਾ ਮਿਊਜ਼ਿਕ ਲਾ ਲੈਣਾ। ਇਸ ਗੱਲ ਦਾ ਜ਼ਰੂਰ ਇਲਮ ਹੈ ਕਿ ਸੁਰਜੀਤ ਬਿੰਦਰਖੀਏ ਦੀ ਉਂਗਲੀ ਤੁਸੀਂ ਫੜੀ ਸੀ। ਮੈਂ ਇਹਨਾਂ ਨੂੰ 100 ਰੁਪਏ ਦਿਹਾੜੀ ਦੇ ਹਿਸਾਬ ਨਾਲ ਇਹਨੂੰ ਕਿਹਾ ਵੀ ਤੂੰ ਰਿਆਜ਼ ਕਰ। ਇੱਕ ਕਮਰਾ ਲੈ ਕੇ ਦਿੱਤਾ ਇਹਨਾਂ ਨੂੰ ਤੇ ਸੁਰਜੀਤ ਬਿੰਦਰਖੀਏ ਨੂੰ ਤੇ ਨਾਲ ਉਹਨਾਂ ਵਰਿੰਦਰ ਬੱਚਨ ਨੂੰ 100 ਰੁਪਏ ਦਿਹਾੜੀ ਉਹਨੂੰ ਮਤਲਬ ਤੁਸੀਂ ਦਿੱਤੇ ਉਹਨਾਂ ਨੂੰ? ਹਾਂਜੀ। ਸਦੀਕ ਸਾਹਿਬ ਦੀ ਕੋਠੀ ਬਣਦੀ ਸੀ, ਇਹ ਮੇਰੇ ਕੋਲ ਪਰਮਿਟ ਲੈਣ ਆਉਂਦੇ ਸੀ। ਮੇਰਾ ਕੰਟਰੈਕਟ ਪੂਰਾ ਹੋ ਗਿਆ, ਹੁਣ ਮੇਰੀਆਂ ਸ਼ਰਤਾਂ ਤੇ ਹੋਊਗਾ। ਮੇਰੀ ਖੁੱਲੀ ਦਾੜੀ ਦੇਖ ਕੇ ਕਈ ਜਗ੍ਹਾ ਗੋਰਿਆਂ ਦੇ ਲੜਕੇ ਟੌਂਟ ਵੀ ਕਰਦੇ ਸੀ ਤੇ ਮੈਂ ਉਹਨਾਂ ਨੂੰ ਕਹਿ ਦਿੰਦਾ ਮੇ ਗੋਡ ਬਲੈਸ ਯੂ ਵਿਦ ਦ ਫਿਗਰਸ ਯੂ ਆਰ ਮੇਕਿੰਗ ਐਟ ਮੀ। ਉਹ ਮੈਂ ਜਦੋਂ ਅਮਰੀਕਾ ਕੈਨੇਡਾ ਜਾਂਦਾ ਸੀ ਤਾਂ ਸਿਰ ਤੇ ਮੈਂ ਟੋਪੀ ਲੈ ਲੈਂਦਾ ਸੀ ਜਦੋਂ ਕਲੱਬ ਵਗੈਰਾ ਜਾਂਦਾ ਸੀ। ਕਿੰਨੀਆਂ ਕੁ ਲੜਕੀਆਂ ਦੇ ਜਿਹੜੀਆਂ ਵਿਆਹ ਆਨੰਦ ਕਾਰਜ ਕਰਵਾ ਚੁੱਕੀਆਂ? ਘੱਟੋ ਘੱਟ ਤਾਂ 150 ਵੱਧ ਹੋ ਸਕਦਾ ਕਿ ਇੰਡਸਟਰੀਅਲਿਸਟ ਸੀ ਜਿਹਦੀ ਲੜਕੀ ਦਾ ਵਿਆਹ ਸੀ, ਉੱਥੇ ਉਹਨਾਂ ਨੇ ਬਿੰਦਰਖੀ ਨੂੰ ਸੱਦਿਆ ਹੋਇਆ ਸੀ। ਤੇ ਜਦੋਂ ਸੁਰਜੀਤ ਬਿੰਦਰਖੀਆ ਪੀਜੀਆਈ ਦੇ ਵਿੱਚ ਦਾਖਲ ਸੀ, ਮੈਨੂੰ ਸਪੈਸ਼ਲੀ ਇਹਨਾਂ ਦੇ ਘਰਦਿਆਂ ਨੇ ਬੁਲਾਇਆ ਵੀ ਤੇਰੀ ਗੱਲ ਮੰਨ ਲੈਂਦਾ, ਤੂੰ ਇਹਨੂੰ ਕਹਿ ਸਮਝਾ ਕੁਛ। ਤਾਂ ਉਦੋਂ ਉਹਨੇ ਸਿਰਫ ਇੱਕੋ ਗੱਲ ਕਹੀ, ਸੇਵਾ ਦੇਸ਼ ਦੀ ਜ਼ਿੰਦੜੀ ਇਹ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਦੋਸਤੋ, ਸੇਵਾ ਦੇਸ਼ ਦੀ ਹੋਵੇ, ਭਾਵੇਂ ਕੌਮ ਦੀ ਤੇ ਭਾਵੇਂ ਸਮਾਜ ਦੀ, ਉਹਦੇ ਲਈ ਇੱਕ ਜਜ਼ਬਾ ਚਾਹੀਦਾ ਹੈ, ਉਹਦੇ ਲਈ ਮਨ ਦੇ ਵਿੱਚ ਇੱਕ ਜਨੂਨ ਚਾਹੀਦਾ ਹੈ। ਤੇ ਇਹੋ ਜਿਹਾ ਜਜ਼ਬਾ ਤੇ ਇਹੋ ਜਿਹਾ ਜਨੂਨ ਲੈ ਕੇ ਬੈਠੇ ਨੇ ਸਰਦਾਰ ਸੁਖਜਿੰਦਰ ਸਿੰਘ ਮਾਵੀ ਜੀ ਆਪਣੇ ਮਨ ਦੇ ਵਿੱਚ। ਆਓ ਫਿਰ ਮਿਲਦੇ ਹਾਂ ਉਹਨਾਂ ਨੂੰ, ਉਹਨਾਂ ਦੇ ਘਰ ਮੇਜਰ ਦੇ ਵਿਹੜੇ ਦੇ ਵਿੱਚ। ਆਓ ਦਰਸ਼ਕੋ, ਤੁਹਾਨੂੰ ਵੀ ਲੈ ਚਲੀਏ ਮੇਜਰ ਦੇ ਵਿਹੜੇ ਦੇ ਵਿੱਚ। ਸਾਡੇ ਅੱਜ ਦੇ ਉਹ ਸੱਤ ਰੰਗ ਸੈਲੀਬ੍ਰਿਟੀ ਦੇ ਘਰ ਪਹੁੰਚੀ ਹੈ ਜਿਨ੍ਹਾਂ ਨੇ ਖੇਡ ਮੇਲੇ ਦੀ ਗੱਲ ਹੋਵੇ, ਭਾਵੇਂ ਸੱਭਿਆਚਾਰਕ ਮੇਲੇ ਦੀ ਗੱਲ ਹੋਵੇ, ਭਾਵੇਂ ਅੱਖਾਂ ਦੇ ਕੈਂਪ ਦੀ ਗੱਲ ਹੋਵੇ, ਤੇ ਸਭ ਤੋਂ ਵੱਡੀ ਪ੍ਰਾਪਤੀ 1982 ਦੇ ਵਿੱਚ ਦਿੱਲੀ ਦੇ ਵਿੱਚ ਹੋਈਆਂ ਏਸ਼ੀਅਨ ਖੇਡਾਂ ਦੇ ਵਿੱਚ ਯੰਗ ਉਮਰ ਦੇ ਵਿੱਚ 300 ਗੱਭਰੂਆਂ ਨੂੰ ਲੈ ਕੇ ਭੰਗੜਾ ਪਾਇਆ ਤੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕੀਤੀ। ਤੇ ਉਹ ਸ਼ਖਸੀਅਤ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਜਿਨ੍ਹਾਂ ਨੇ ਅੱਜ ਤੱਕ 150 ਦੇ ਲਗਭਗ ਗਰੀਬ ਪਰਿਵਾਰ ਦੀਆਂ ਲੋੜਵੰਦ ਲੜਕੀਆਂ ਦੇ ਵਿਆਹ ਆਪਣੇ ਘਰੇ ਬਰਾਤਾਂ ਸੱਦ ਕੇ ਪੂਰੀਆਂ ਰਸਮਾਂ ਦੇ ਨਾਲ ਕਰਾਏ ਨੇ। ਜੀ ਹਾਂ ਦੋਸਤੋ, ਇੱਕ ਇਹੋ ਜਿਹੀ ਸ਼ਖਸੀਅਤ ਜਿਹੜੀ ਸਰਬ ਗੁਣ ਸੰਪੰਨ ਹੈ ਤੇ ਸਰਬ ਕਲਾ ਉਸ ਸ਼ਖਸੀਅਤ ਨੂੰ ਆਪਾਂ ਮਾਣ ਦਿੰਦੇ ਹਾਂ। ਤੇ ਅੱਜ ਉਸੇ ਮਾਣਮੱਤੀ ਸ਼ਖਸੀਅਤ ਦੇ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ। ਉਹ ਨੇ ਸਾਡੇ ਸਤਿਕਾਰਯੋਗ ਮਾਵੀ ਸਾਹਿਬ। ਤੇ ਮਾਵੀ ਸਾਹਿਬ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਤੁਹਾਨੂੰ। ਮੇਰੇ ਵੱਲੋਂ ਵੀ ਸਤਰੰਗ ਦੇ ਚੈਨਲ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮਾਵੀ ਸਾਹਿਬ, ਹੋਰ ਸਿਹਤ ਠੀਕ ਹੈ? ਬਿਲਕੁਲ, ਉੱਪਰ ਵਾਲੇ ਦੀ ਕਿਰਪਾ। ਤੇ ਮਾਵੀ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂ, ਤੁਹਾਡੇ ਵਰਗੀ ਸ਼ਖਸੀਅਤ ਨੂੰ ਮਿਲਣਾ, ਤੁਹਾਡੇ ਵਰਗੀ ਪਰਸਨੈਲਿਟੀ ਦੇ ਦਰਸ਼ਨ ਕਰਨੇ ਸਾਡੇ ਲਈ ਬੜੇ ਭਾਗ ਦੀਆਂ ਸੁਭਾਗ ਦੀਆਂ ਘੜੀਆਂ ਨੇ। ਤੇ ਮਾਵੀ ਸਾਹਿਬ, ਮੈਂ ਜਾਣਨਾ ਚਾਹੁੰਦਾ ਵੀ ਇਹੋ ਜਿਹੇ ਗੁਣ, ਇੰਨੀ ਸੰਪੂਰਨ ਸ਼ਖਸੀਅਤ, ਇਹ ਐਵੇਂ ਤਾਂ ਨਹੀਂ ਘੜੀ ਗਈ ਹੋਊਗੀ। ਇਸ ਸ਼ਖਸੀਅਤ ਦੇ ਪਿੱਛੇ, ਇਸ ਮਾਣਮੱਤੀ ਪਰਸਨੈਲਿਟੀ ਦੇ ਪਿੱਛੇ ਜ਼ਰੂਰ ਕਿਸੇ ਨਾ ਕਿਸੇ ਸਤਿਕਾਰਤ ਸ਼ਖਸੀਅਤ ਦਾ ਹੱਥ ਹੋਵੇਗਾ। ਤੇ ਉਸ ਸ਼ਖਸੀਅਤ ਤੋਂ ਮਤਲਬ ਹੈ ਮੇਰਾ ਤੁਹਾਡੇ ਪੇਰੈਂਟਸ। ਤੇ ਮੈਂ ਚਾਹੁੰਦਾ ਪਹਿਲਾਂ ਸਾਨੂੰ ਤੁਸੀਂ ਆਪਣੇ ਪੇਰੈਂਟਸ ਦੇ ਬਾਰੇ ਦੱਸੋ। ਮੇਰੇ ਪਿਤਾ ਜੀ 1947 ਦੇ ਵਿੱਚ ਮੇਜਰ ਸੀ ਆਰਮੀ ਦੇ ਵਿੱਚ ਜੀ। ਉਸ ਤੋਂ ਬਾਅਦ ਮੈਂ ਵੀ ਛੋਟੇ ਹੁੰਦੇ ਪ੍ਰਾਇਮਰੀ ਐਜੂਕੇਸ਼ਨ ਦਿੱਲੀ ਲਈ ਜਦੋਂ ਮੇਜਰ ਦੀ ਪੋਸਟਿੰਗ 'ਤੇ ਸੀ ਜੀ। ਫਿਰ ਉਹਨਾਂ ਦੀ ਪੋਸਟਿੰਗ ਹੋ ਗਈ ਅਸਾਮ ਦੇ ਵਿੱਚ ਚਾਈਨਾ ਬਾਰਡਰ 'ਤੇ ਜੀ। ਤੇ ਸਾਨੂੰ ਪਿੰਡ ਆਉਣਾ ਪੈ ਗਿਆ ਜੀ।
ਪਿੰਡ ਆ ਕੇ ਫਿਰ ਉਦੋਂ ਮੈਂ 5ਵੀਂ ਕਲਾਸ ਤੱਕ ਕਨਵੈਂਟ ਸਕੂਲ 'ਚ ਪੜ੍ਹਿਆ ਜੀ। ਫਿਰ ਇੱਥੇ ਖਾਲਸਾ ਸਕੂਲ 'ਚ ਪੜ੍ਹਨ ਲੱਗ ਗਿਆ ਜੀ ਤੇ ਮੇਰੇ ਪਿਤਾ ਜੀ ਕਿਹਾ ਕਰਦੇ ਸੀ ਵੀ ਇਹ ਪਿੰਡ ਰਹਿ ਕੇ ਜੀ ਜੇ ਸਾਡੇ ਜਿਹੜੀ ਇੱਟਾਂ ਲਾਈਆਂ ਹੋਈਆਂ ਕਿਸੇ ਦੇ ਕੰਮ ਨਾ ਆਈਆਂ ਤਾਂ ਇੱਟਾਂ ਲਾਉਣ ਦਾ ਫਾਇਦਾ ਕੋਈ ਨਹੀਂ। ਫਾਇਦਾ ਕੋਈ ਨਹੀਂ। ਤੇ ਇਸ ਕਰਕੇ ਅਸੀਂ ਪਹਿਲਾਂ ਤੋਂ ਹੀ ਇਹ ਰੱਖਿਆ ਵੀ ਜਦੋਂ ਵੀ ਅਸੀਂ ਕੋਈ ਪਿੰਡ ਦੇ ਵਿੱਚ ਟੂਰਨਾਮੈਂਟ ਹੋਵੇ ਜਾਂ ਕੋਈ ਕਿਸੇ ਦਾ ਵਿਆਹ ਸ਼ਾਦੀ ਕਿਸੇ ਦਾ ਵੀ ਹੋਵੇ, ਪਹਿਲਾਂ ਤਾਂ ਇੱਦਾਂ ਹੀ ਹੁੰਦੇ ਸੀ, ਆਪ ਕਰਦੇ ਨਹੀਂ ਸੀ ਜੀ। ਤੇ ਇੱਥੇ ਇਹ ਜਗ੍ਹਾ ਸਾਰੇ ਇਸਤੇਮਾਲ ਕਰਦੇ ਸੀ। ਤੇ ਮਾਵੀ ਸਾਹਿਬ, ਜਦੋਂ ਤੁਸੀਂ ਕੁਰਾਲੀ ਖਾਲਸਾ ਸਕੂਲ ਦੇ ਵਿੱਚ ਸ਼ੁਰੂ ਕੀਤਾ ਪੜ੍ਹਨਾ, ਕਿਉਂਕਿ ਤੁਹਾਡੇ ਕੱਦ ਕਾਠ ਨੂੰ ਦੇਖ ਕੇ, ਤੁਹਾਡੀ ਫਿਜ਼ੀਕ ਨੂੰ ਦੇਖ ਕੇ ਲੱਗਦਾ ਹੈ ਕਿ ਤੁਸੀਂ ਸਪੋਰਟਸ ਨਾਲ ਜੁੜੇ ਰਹੇ ਹੋਵੋਗੇ, ਤੇ ਜਦੋਂ ਤੁਸੀਂ ਖਾਲਸਾ ਸਕੂਲ ਕੁਰਾਲੀ ਦੀ ਸਟੱਡੀ ਸ਼ੁਰੂ ਕੀਤੀ ਹੈ ਉਦੋਂ ਕੋਈ ਖੇਡ ਵੀ ਖੇਡਦੇ ਸੀ? ਹਾਂ, ਮੈਂ ਸਰਦਾਰ ਨਾਮ ਨਾਰਾਇਣ ਸਿੰਘ ਜੀ ਸਾਡੇ ਕੋਚ ਸਨ ਜੀ। ਖਾਲਸਾ ਸਕੂਲ ਕੁਰਾਲੀ ਤੋਂ। ਪਹਿਲੇ ਜਿਹੜੇ 2 ਬੱਚੇ ਨੈਸ਼ਨਲ ਸਕੂਲ ਖੇਡਣ ਗਏ ਹੈ ਉਹਨਾਂ ਵਿੱਚੋਂ ਮੈਂ ਇੱਕ ਸੀ। ਜੀ ਜੀ। ਤੇ ਮੈਂ ਹਾਫ ਬੈਕ 9ਵੀਂ ਕਲਾਸ ਤੋਂ ਖੇਡਣ ਲੱਗ ਗਿਆ ਸੀ ਜੀ। ਤੇ ਸੀਨੀਅਰ ਸੈਕੰਡਰੀ ਤੱਕ ਮੈਂ ਇੱਕ ਸਕੂਲ ਵਿੱਚ ਫੁੱਟਬਾਲ ਖੇਡਿਆ। ਉਸ ਤੋਂ ਬਾਅਦ ਪ੍ਰੀ ਮੈਡੀਕਲ ਵਿੱਚ ਮੈਂ ਲਾਲਪੁਰ ਖਾਲਸਾ ਕਾਲਜ ਜਲੰਧਰ ਚਲਾ ਗਿਆ ਸਪੋਰਟਸ ਕੋਟੇ ਦੇ ਵਿੱਚ। ਤੇ ਜਦੋਂ ਤੁਸੀਂ ਕਾਲਜ ਦੇ ਵਿੱਚ ਗਏ ਹੋ, ਉੱਥੇ ਪੜ੍ਹਾਈ ਦੇ ਨਾਲ ਫਿਰ ਖੇਡ ਨੂੰ ਜਾਰੀ ਰੱਖਿਆ ਸੀ? ਹਾਂ, ਉੱਥੇ ਮੈਨੂੰ ਪੜ੍ਹਾਈ ਖੇਡ ਦੇ ਬੇਸ ਤੇ ਹੀ ਮੈਨੂੰ ਜਿਹੜੀ ਉੱਥੇ ਐਡਮਿਸ਼ਨ ਮਿਲੀ ਸੀ। ਜੀ। ਉਹ ਉਹਨਾਂ ਦਾ ਸਾਡੇ ਕੋਚ ਸਾਹਿਬ ਦਾ ਕਹਿਣਾ ਸੀ ਵੀ ਤੁਸੀਂ ਕਲਾਸ ਅਟੈਂਡ ਕਰੋ ਨਾ ਕਰੋ, ਪਰ ਜਿਹੜਾ ਗਰਾਊਂਡ ਵਿੱਚ ਹਾਜ਼ਰੀ ਜ਼ਰੂਰੀ ਹੈ, ਖੇਡਣਾ ਜ਼ਰੂਰੀ ਹੈ। ਹਾਂ, ਕਿਉਂਕਿ ਮੈਂ ਸਪੋਰਟਸ ਕੋਟੇ ਦੇ ਵਿੱਚ ਗਿਆ ਸੀ ਤੇ ਉਹ ਕਿਉਂ ਸਕੂਲ ਤੋਂ ਨਵੇਂ ਗਏ ਸੀ, ਆਜ਼ਾਦੀ ਮਿਲੀ ਸੀ ਜੀ। ਤਾਂ ਦਿਨ ਵਿੱਚ ਜਿਹੜੀਆਂ ਕਲਾਸਾਂ ਛੱਡ ਹੋਣ ਲੱਗ ਗਈਆਂ ਤੇ ਸ਼ਾਮ ਨੂੰ ਗਰਾਊਂਡ ਵਿੱਚ ਜਾਣਾ। ਗਰਾਊਂਡ ਵਿੱਚ ਜਾਣ ਕੇ ਖੇਡ ਕੇ ਫਿਰ ਮੈਂ ਉਦੋਂ ਇੰਟਰਵਰਸਿਟੀ ਖੇਡਿਆ ਫੁੱਟਬਾਲ ਪੰਜਾਬ ਯੂਨੀਵਰਸਿਟੀ ਫੁੱਟਬਾਲ ਤੇ। ਹਾਂਜੀ। ਤੇ ਮਾਵੀ ਸਾਹਿਬ, ਜਦੋਂ ਕਾਲਜ ਦੀ ਲਾਈਫ ਹੰਢਾ ਲਈ, ਪੇਰੈਂਟਸ ਵੀ ਚਾਹੁੰਦੇ ਆ ਵੀ ਸਾਡਾ ਬੱਚਾ ਜਿਹੜਾ ਹੁਣ ਕਾਲਜ ਤੋਂ ਪੜ੍ਹਾਈ ਤੋਂ ਵਿਹਲਾ ਹੋ ਗਿਆ, ਤੇ ਫਿਰ ਪਰਿਵਾਰਿਕ ਜ਼ਿੰਮੇਵਾਰੀਆਂ ਦਾ ਬੋਝ ਜਿਹੜਾ ਮੋਢਿਆਂ ਤੇ ਕਦੋਂ ਪਿਆ? ਇਹ ਬੇਸਿਕਲੀ ਤਾਂ ਪਹਿਲਾਂ ਮੈਂ ਫੂਡ ਸਪਲਾਈ 'ਚ ਭਰਤੀ ਹੋ ਗਿਆ ਸੀ ਜੀ। ਫੂਡ ਸਪਲਾਈ ਦੇ ਵਿੱਚ ਉੱਥੇ ਵੀ ਮੇਰੇ ਇਹੀ ਸਪੋਰਟਸ ਕੋਟੇ ਦੇ ਵਿੱਚ ਮੈਂ ਜਦੋਂ ਪੰਜਾਬ ਗਵਰਨਮੈਂਟ ਦੀ ਟੀਮ ਕਿਤੇ ਵੀ ਜਾਂਦੀ ਸੀ ਤਾਂ ਮੈਨੂੰ ਔਨ ਡਿਊਟੀ ਮੈਂ ਉਹਨਾਂ ਦੇ ਨਾਲ ਫੁੱਟਬਾਲ ਖੇਡਣ ਜਾਂਦਾ ਸੀ। ਕਿਤੇ ਭੰਗੜੇ ਦੀ ਟੀਮ ਜਾਂਦੀ ਸੀ ਤਾਂ ਵੀ ਮੈਂ ਔਨ ਡਿਊਟੀ ਜਾਂਦਾ ਸੀ। ਫਿਰ 1980 ਦੇ ਵਿੱਚ ਮੇਰੇ ਤੋਂ ਛੋਟਾ ਬ੍ਰਦਰ ਜਿਹੜਾ ਪਿੰਡ ਇੱਥੇ ਖੇਤੀਬਾੜੀ ਸਾਂਭਦਾ ਸੀ, ਉਹ ਕੈਨੇਡਾ ਚਲਾ ਗਿਆ। ਉਹਦੇ ਜਾਣ ਤੋਂ ਬਾਅਦ ਫਿਰ ਮੈਨੂੰ ਬਦਲੀ ਕਰਾ ਕੇ ਪਿੰਡ ਆਉਣਾ ਪਿਆ। ਫਿਰ ਆ ਕੇ ਸਾਰਾ ਖੇਤੀ ਦਾ ਕਾਰੋਬਾਰ ਉਹ ਮੈਂ ਆਪ ਸੰਭਾਲਿਆ ਜੀ। ਮਾਵੀ ਸਾਹਿਬ, ਜਦੋਂ ਤੁਸੀਂ ਖੇਤੀ ਦੇ ਕੰਮ 'ਚ ਜੁੜ ਗਏ, ਘਰ ਗ੍ਰਸਤੀ ਦਾ ਬੋਝ ਜਿਹੜਾ ਪੈ ਗਿਆ, ਤੇ ਜਿਹੜਾ ਫਿਰ ਕਬੱਡੀ ਦਾ ਸ਼ੌਕ ਸੀ, ਫੁੱਟਬਾਲ ਦਾ ਸ਼ੌਕ ਸੀ, ਸਾਡੀਆਂ ਪੇਂਡੂ ਖੇਡਾਂ ਦਾ ਸ਼ੌਕ ਸੀ, ਤੇ ਨਾਲ ਜਿਹੜਾ ਸਮਾਜ ਸੇਵਾ ਦਾ ਵੀ ਸ਼ੌਕ ਸੀ, ਤੇ ਨਾਲ ਤੁਸੀਂ ਡਿਊਟੀ ਵੀ ਕਰਦੇ ਸੀ, ਤੇ ਇਹ ਸਾਰੇ ਕੁਝ ਨੂੰ ਕਿਵੇਂ ਮੇਨਟੇਨ ਕਰਦੇ ਸੀ? ਜਦੋਂ ਮੈਂ ਕਾਲਜ ਦੇ ਵਿੱਚ ਸੀ ਤਾਂ ਮੈਂ ਉੱਥੇ ਯੂਥ ਵੈਲਫੇਅਰ ਆਫੀਸਰ ਸੀ ਇੱਕ ਸੈਂਟਰਲ ਗਵਰਨਮੈਂਟ ਦਾ ਜੀ। ਤੇ ਉਹਨਾਂ ਦੇ ਨਾਲ ਅਟੈਚ ਹੋ ਗਿਆ ਸੀ ਤੇ ਉਹਨਾਂ ਨੇ ਮੈਨੂੰ ਨੌਜਵਾਨ ਸਭਾ ਦਾ ਪ੍ਰਧਾਨ ਬਣਵਾਤਾ ਸੀ ਜੀ। ਤੇ ਨੌਜਵਾਨ ਸਭਾ ਦਾ ਪ੍ਰਧਾਨ ਉੱਥੇ ਹੁੰਦਾ ਵੀ ਸੋਸ਼ਲ ਵਰਕ ਕਰਨਾ ਹੁੰਦਾ ਤੇ ਦੂਜੇ ਵੀ ਨੌਜਵਾਨਾਂ ਨੂੰ ਇਸੇ ਕੰਮ ਤੇ ਲਾਉਣਾ ਹੁੰਦਾ। ਫਿਰ ਅਸੀਂ ਪਿੰਡਾਂ ਵਿੱਚ ਜਾ ਕੇ ਅਸੀਂ ਸੋਸ਼ਲ ਕੰਮ ਕਰਨੇ ਸ਼ੁਰੂ ਕਰ ਦਿੱਤੇ ਜੀ। ਉਸ ਤੋਂ ਬਾਅਦ ਜਦੋਂ ਮੈਂ BSc ਕੰਪਲੀਟ ਕਰ ਲਈ ਤੇ ਮੈਂ ਫੂਡ ਸਪਲਾਈ 'ਚ ਨੌਕਰੀ ਕਰਨ ਲੱਗ ਗਿਆ। ਫਿਰ ਵੀ ਮੈਨੂੰ ਇਹਨਾਂ ਕੰਮਾਂ ਲਈ ਉਹ ਔਨ ਗਵਰਨਮੈਂਟ ਡਿਊਟੀ ਭੇਜ ਦਿੰਦੇ ਸੀ। ਉਹਨਾਂ ਨੂੰ ਪਤਾ ਸੀ ਵੀ ਇਹ ਕੰਮ ਦੇ ਕਾਬਿਲ ਹੈ। ਤੇ ਮਾਵੀ ਸਾਹਿਬ, ਤੁਹਾਡਾ ਪਰਿਵਾਰ ਪਿਛੋਕੜ ਜਿਹੜਾ ਹੈ ਆਰਮੀ ਨਾਲ ਜੁੜਿਆ ਹੋਇਆ ਹੈ, ਤੇ ਤੁਸੀਂ ਵੀ ਆਰਮੀ ਦੇ ਵਿੱਚ ਗਏ ਹੋ? ਨਹੀਂ, ਮੈਂ ਆਰਮੀ 'ਚ ਨਹੀਂ ਗਿਆ। ਮੈਂ ਗਿਆ ਸੀ ਸ਼ਾਰਟ ਸਰਵਿਸ ਕਮਿਸ਼ਨ ਦੇ ਵਿੱਚ ਸਿਲੈਕਸ਼ਨ ਦੇ ਲਈ ਜੀ। ਪਰ ਉਦੋਂ ਪਿਤਾ ਜੀ ਮੇਰੇ ਕਹਿੰਦੇ ਵੀ ਨਹੀਂ, ਤੂੰ ਮੈਡੀਕਲ ਕਰਕੇ ਡਾਕਟਰ ਬਣ, ਕਿਉਂਕਿ ਮੇਰੇ ਜਿਹੜੇ ਸੀਨੀਅਰ ਸੈਕੰਡਰੀ ਦੇ ਵਿੱਚ ਮੈਡੀਕਲ ਬ੍ਰਾਂਚ ਸੀ, ਮੇਰੀ ਮੈਡੀਕਲ ਸਬਜੈਕਟ ਲਏ ਹੋਏ ਸੀ ਤੇ ਮੇਰੇ ਫਸਟ ਡਿਵੀਜ਼ਨ ਸੀ। ਪਰ ਸਪੋਰਟਸ ਨਾਲ ਜੁੜਿਆ ਹੋਣ ਕਰਕੇ ਪ੍ਰੀ ਮੈਡੀਕਲ ਵਿੱਚ ਚਲਾ ਤਾਂ ਗਿਆ, ਪਰ ਉੱਥੇ ਸਪੋਰਟਸ ਵੱਲ ਧਿਆਨ ਜ਼ਿਆਦਾ ਰਿਹਾ ਤੇ ਪੜ੍ਹਾਈ ਵੱਲ ਘੱਟ ਰਿਹਾ। ਇਸ ਕਰਕੇ ਫਿਰ ਮੈਂ BSc ਆ ਕੇ ਜੁਆਇਨ ਕਰ ਲਈ ਗਵਰਨਮੈਂਟ ਕਾਲਜ ਰੋਪੜ ਦੇ ਵਿੱਚ ਜੀ। ਮਾਵੀ ਸਾਹਿਬ, ਜੇਕਰ ਤੁਹਾਡੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਤੁਹਾਡੀਆਂ ਬਹੁਤ ਪ੍ਰਾਪਤੀਆਂ ਨੇ ਜਿਹੜੀਆਂ ਉਂਗਲਾਂ ਤੇ ਮੈਂ ਨਹੀਂ ਗਿਣਾ ਸਕਦਾ, ਤੇ ਇੱਕ ਜ਼ਿਕਰ ਤੁਹਾਡਾ ਬੜੇ ਮਾਣ ਨਾਲ ਆਉਂਦਾ ਹੈ ਕਿ ਤੁਸੀਂ 1982 ਦੀਆਂ ਏਸ਼ੀਅਨ ਖੇਡਾਂ ਦੇ ਵਿੱਚ, ਉਦੋਂ ਤਾਂ ਤੁਸੀਂ ਵੀ ਜਵਾਨੀ ਦੀ ਉਮਰ ਦੇ ਵਿੱਚ ਹੋਵੋਗੇ, ਯੰਗ ਏਜ ਅਸੀਂ, ਤੇ ਜਿਹੜੀਆਂ 1982 ਦੀਆਂ ਖੇਡਾਂ ਦੇ ਵਿੱਚ ਤੁਸੀਂ ਓਪਨਿੰਗ ਦੇ ਟਾਈਮ 300 ਗੱਭਰੂ ਨੂੰ ਲੈ ਕੇ ਭੰਗੜਾ ਪਾਇਆ ਸੀ, ਲੀਡ ਕੀਤਾ ਸੀ, ਤੇ ਅਸੀਂ ਤੇ ਸਾਡੇ ਦਰਸ਼ਕ ਜਿਹੜੇ ਉਹ ਗੱਲ ਜ਼ਰੂਰ ਜਾਣਨਾ ਚਾਹੁੰਦੇ ਆ, ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ। ਏਸ਼ੀਆ 82 ਦੇ ਵਿੱਚ ਜਦੋਂ ਇਨੈਗੂਰੇਸ਼ਨ ਲਈ ਭੰਗੜੇ ਦੀ ਟੀਮ ਤਿਆਰ ਕਰਨੀ ਸੀ ਤਾਂ ਸਾਡਾ ਗਵਰਨਮੈਂਟ ਡਾਇਰੈਕਟਰ ਯੂਥ ਸਰਵਿਸਿਜ਼ ਵੱਲੋਂ ਸਾਡਾ ਰੋਪੜ ਚੁਣਿਆ ਗਿਆ ਜੀ। ਤੇ ਰੋਪੜ ਦੇ ਵਿੱਚ ਮੇਰੀ ਡਿਊਟੀ ਲਾ ਦਿੱਤੀ ਵੀ ਤੁਸੀਂ ਸਾਰੇ ਕੋਚਿਸ ਨੂੰ ਕੰਟਰੋਲ ਕਰਨਾ, ਤੇ ਨਾਲ 300 ਮੁੰਡਾ ਸਾਰੇ ਸਟੇਟ ਸਾਰੇ ਡਿਸਟ੍ਰਿਕਟਾਂ ਤੋਂ ਆਇਆ ਸੀ ਜੀ।
ਤੇ ਪਹਿਲਾਂ ਸਾਡਾ 15 ਦਿਨ ਦਾ ਕੈਂਪ ਰੋਪੜ ਲੱਗਿਆ ਜੀ ਉਸ ਤੋਂ ਬਾਅਦ ਉਸੇ ਟੀਮ ਨੂੰ ਅਸੀਂ ਲੈ ਕੇ ਦਿੱਲੀ ਚਲੇ ਗਏ ਜੀ ਤੇ ਉੱਥੇ ਏਸ਼ੀਆਡ 82 ਦੇ ਵਿੱਚ ਇਨੈਗੂਰੇਸ਼ਨ ਦੇ ਵਿੱਚ ਅਸੀਂ ਜਿਹੜਾ ਭੰਗੜਾ ਪਾਇਆ। ਉਦੋਂ ਚੰਗੇ ਕਲਾਕਾਰ ਵੀ ਸਾਡੇ ਨਾਲ ਸੀ, ਗੁਰਦਾਸ ਮਾਨ ਵਗੈਰਾ, ਇਹ ਸਾਰੇ ਉਦੋਂ ਭੰਗੜੇ ਦੇ ਵਿੱਚ ਸਾਡੇ ਨਾਲ ਗਏ ਸੀ। ਤੇ ਮਾਵੀ ਸਾਹਿਬ ਤੁਸੀਂ ਭੰਗੜੇ ਦੀ ਟ੍ਰੇਨਿੰਗ ਸਪੈਸ਼ਲ ਕਿਤੋਂ ਲਈ ਸੀ, ਕਿਸੇ ਕੋਚ ਤੋਂ, ਜਾਂ ਅੰਦਰੋਂ ਹੀ ਸੀ ਇਹ? ਨਹੀਂ, ਇਹ ਤਾਂ ਅੰਦਰੋਂ ਹੀ। ਜਦੋਂ ਮੈਂ ਪ੍ਰੀ ਮੈਡੀਕਲ 'ਚ ਪਹਿਲਾਂ ਖਾਲਸਾ ਕਾਲਜ ਜਲੰਧਰ ਸੀ, ਜਦ BSc ਫਸਟ ਈਅਰ 'ਚ ਰੋਪੜ ਆਇਆ ਜੀ ਤਾਂ ਉੱਥੇ ਭੰਗੜੇ ਦੀ ਉਹ ਪ੍ਰੈਕਟਿਸ ਕਰ ਰਹੇ ਸੀ। ਜੀ ਉਹਨਾਂ ਨੂੰ ਦੇਖ ਕੇ ਮੈਂ ਵੀ ਲੱਗ ਗਿਆ ਭੰਗੜਾ ਪਾਉਣ। ਉਹ ਮੈਨੂੰ ਕਹਿੰਦੇ ਤੂੰ ਟੀਮ ਵਿੱਚ ਆ ਜਾ, ਐਦਾਂ ਮੈਂ ਟੀਮ 'ਚ ਆ ਗਿਆ। ਮਤਲਬ ਕੁਦਰਤੀ ਸੁੱਤੇ ਸੀ ਤੇ ਸਾਰਾ ਕੰਮ ਜਿਹੜਾ ਚੱਲਦਾ ਰਿਹਾ ਕੁਦਰਤੀ ਚੱਲੇ ਗਏ ਤੇ ਉਦੋਂ ਹੀ ਅਸੀਂ ਉਸੇ ਸਾਲ ਜੀ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਫਸਟ ਆਏ ਭੰਗੜੇ। ਜੀ ਕੀ ਬਾਤ ਹੈ ਮਾਵੀ ਸਾਹਿਬ। ਇੱਕ ਮੈਨੂੰ ਹੋਰ ਤੁਹਾਡੇ ਬਾਰੇ ਗੱਲ ਸੁਣਨ ਨੂੰ ਮਿਲੀ ਹੈ ਕਿ ਕੋਈ ਬਾਹਰੋਂ ਅੰਗਰੇਜ਼ ਜੋੜਾ ਆਇਆ ਸੀ, ਕੋਈ ਗੋਰਾ ਸੀ, ਕੋਈ ਗੋਰੀ ਸੀ, ਤੇ ਉਹਦਾ ਬੜਾ ਇੰਟਰਸਟਿੰਗ ਜਿਹਾ ਕਿੱਸਾ ਆ, ਤੇ ਮੈਂ ਚਾਹੂੰਗਾ ਜ਼ਰੂਰ ਤੁਸੀਂ ਚੈਨਲ ਸੱਤ ਰੰਗ ਦੇ ਜ਼ਰੀਏ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਇਹੋ ਜਿਹੀਆਂ ਡੂੰਘੀਆਂ ਗੱਲਾਂ ਦਾ ਗਿਆਨ ਹੋ ਸਕੇ। ਤੇ ਉਹ ਕੀ ਸੀ ਮਾਜਰਾ? ਜਦੋਂ ਮੈਂ ਫੂਡ ਸਪਲਾਈ ਦੇ ਵਿੱਚ ਸੀ, ਮੇਰੀ ਡਿਊਟੀ ਏਸ਼ੀਆ ਪੈਸੀਫਿਕ ਯੂਥ ਡਿਵੈਲਪਮੈਂਟ ਸੈਂਟਰ ਦੇ ਨਾਲ ਐਜ਼ ਫੀਲਡ ਕੋਆਰਡੀਨੇਟਰ ਲੱਗ ਗਈ ਜੀ। ਉਹ ਫੀਡ ਜਦੋਂ ਏਸ਼ੀਆ ਪੈਸੀਫਿਕ ਯੂਥ ਡਿਵੈਲਪਮੈਂਟ ਸੈਂਟਰ ਦੇ ਵਿੱਚ ਆਸਟ੍ਰੇਲੀਆ ਤੋਂ, ਇੰਗਲੈਂਡ ਤੋਂ, ਨਿਊਜ਼ੀਲੈਂਡ ਤੋਂ, ਬਾਹਰਲੇ ਕੰਟਰੀਜ਼ ਤੋਂ ਸਾਰੇ ਯੂਥ ਆਫੀਸਰਸ ਟ੍ਰੇਨਿੰਗ ਲਈ ਆਉਂਦੇ ਸੀ ਜੀ। ਤੇ ਮੈਂ ਉਹਨਾਂ ਨੂੰ ਪਿੰਡਾਂ ਵਿੱਚ ਲੈ ਕੇ ਜਾਂਦਾ ਸੀ ਜੀ। ਪਿੰਡਾਂ ਜਾ ਕੇ ਉਹ ਪਿੰਡੂ ਯੂਥ ਦੇ ਨਾਲ ਉਹਨਾਂ ਨੂੰ ਇੰਟਰਪ੍ਰੈਟਰ ਦੇ ਤੌਰ ਤੇ ਕੰਮ ਕਰਦਾ ਸੀ, ਉਹਨਾਂ ਨੂੰ ਵਾਕਫ ਕਰਾਉਂਦਾ ਸੀ ਤੇ ਉਹਨਾਂ ਨਾਲ ਮੇਲ ਮਿਲਾਪ ਇੰਨਾ ਵੱਧ ਜਾਂਦਾ ਸੀ ਜੀ। ਉਹ ਮੇਰੇ ਨਾਲ ਪਿੰਡ ਵੀ ਆ ਜਾਂਦੇ ਸੀ ਤੇ ਅਸੀਂ ਰੋਪੜ ਦਰਿਆ ਤੇ ਸਨਬਾਥ ਕਰਨ ਵੀ ਚਲੇ ਜਾਂਦੇ ਸੀ। ਯਾਨੀ ਕਿ ਸਾਰੇ ਜਿਹੜੇ ਅਸੀਂ ਕੋਈ ਸਾਨੂੰ ਇਹ ਨਹੀਂ ਸੀ ਲੱਗਦਾ ਵੀ ਉਹ ਵੱਖਰੇ ਨੇ, ਅਸੀਂ ਵੱਖਰੇ। ਤੇ ਮਾਵੀ ਸਾਹਿਬ ਜਦੋਂ ਸਨਬਾਥ ਉਹ ਕਰਦੇ ਸੀ ਤੇ ਆਪਣੇ ਤਾਂ ਸ਼ਾਇਦ ਪੰਜਾਬੀ ਕਲਚਰ ਦੇ ਵਿੱਚ ਉਸ ਟਾਈਮ ਇਹ ਨਹੀਂ ਸੀ ਚੀਜ਼ਾਂ, ਨਹੀਂ ਸੀ, ਤੇ ਉਦੋਂ ਤੁਹਾਨੂੰ ਕਿਹੋ ਜਿਹਾ ਲੱਗਦਾ ਸੀ ਫਿਰ? ਮੈਨੂੰ ਤਾਂ ਕੋਈ ਖਾਸ ਮਹਿਸੂਸ ਨਹੀਂ ਸੀ ਹੁੰਦਾ ਕਿਉਂਕਿ ਅਸੀਂ ਜਾ ਕੇ ਦਰਿਆ ਦੇ ਵਿੱਚ ਪਰਲੀ ਸਾਈਡ ਤੇ ਜੀ ਉਸ ਸਾਈਡ ਤੇ ਜਾ ਕੇ ਜਗ੍ਹਾ ਹੁੰਦੀ ਸੀ, ਉੱਥੇ ਹੀ ਸਨਬਾਥ ਕਰਦੇ ਸੀ ਜੀ। ਤੇ ਬਹੁਤੇ ਸਾਡੇ ਜਾਣ ਪਛਾਣ ਹੀ ਦੇਖਣ ਵਾਲੇ ਹੁੰਦੇ ਸੀ, ਬਾਕੀ ਨੂੰ ਕਿਸੇ ਨੂੰ ਪਤਾ ਨਹੀਂ ਸੀ। ਤੇ ਕਿਉਂਕਿ ਮੈਂ ਬੇਸਿਕਲੀ ਸਪੋਰਟਸਮੈਨ ਸੀ ਜੀ, ਇਸ ਕਰਕੇ ਕੋਈ ਬੌਦਰ ਨਹੀਂ ਸੀ ਕਰਦਾ ਜੀ, ਖੁਸ਼ ਹੁੰਦੇ ਸੀ ਸਾਰੇ। ਤੇ ਜਿਹੜਾ ਉਹ ਗੋਰਾ ਸੀ, ਗੋਰੀ ਸੀ, ਜਦੋਂ ਉਹਨਾਂ ਨੇ ਸਾਡੇ ਕਲਚਰ ਨੂੰ ਤੁਹਾਡੇ ਜ਼ਰੀਏ ਨੇੜਿਓਂ ਦੇਖਿਆ ਤਾਂ ਉਹਨਾਂ ਦਾ ਤੁਹਾਡੇ ਪ੍ਰਤੀ ਕੀ ਰਿਐਕਸ਼ਨ ਸੀ? ਉਹਨਾਂ ਦਾ ਇਹ ਸੀ, ਜਦੋਂ ਮੈਂ ਫਿਰ 94 ਦੇ ਵਿੱਚ ਉਹ ਇੱਕ ਯੂਥ ਆਫੀਸਰ ਦੋ ਆਏ ਸੀ ਕੈਨੇਡਾ ਤੋਂ ਜੀ, ਉਹਨਾਂ ਨੇ ਸਾਡੇ ਇੱਕ ਡਾਕਟਰ ਦਾ ਬੇਟਾ ਡਰੱਗਸ ਦੇ ਵਿੱਚ ਪੈ ਗਿਆ ਸੀ ਜੀ। ਉਹਨਾਂ ਨੇ ਯੂਥ ਆਫੀਸਰਸ ਨੇ ਜਾ ਕੇ ਉਹ ਡਾਕਟਰ ਨੂੰ ਰਿਕਮੈਂਡ ਕੀਤਾ ਵੀ ਤੁਸੀਂ ਉਹਨੂੰ ਉਸ ਬੰਦੇ ਨੂੰ ਬੁਲਾਓ ਕੈਨੇਡਾ ਦੇ ਵਿੱਚ ਵੀ ਉਹ ਇਹਨਾਂ ਸਾਰੇ ਜਿਹੜੇ ਯੂਥ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਕੰਮ ਤੇ ਲਾ ਦੂਗਾ ਤੇ ਇਹਨਾਂ ਨੂੰ ਨਸ਼ਾ ਤੇ ਛਡਾ ਦੂਗਾ, ਡਰੱਗਸ ਤੋਂ ਛਡਾ ਦੂਗਾ ਜੀ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਕੈਨੇਡਾ, ਮੈਂ ਕਿਹਾ ਤੁਸੀਂ ਆਪਣੀ ਅੰਬੈਸੀ ਨੂੰ ਲਿਖੋ, ਤੁਹਾਡੀ ਅੰਬੈਸੀ ਮੈਨੂੰ ਕਹੂਗੀ ਤਾਂ ਮੈਂ ਜਾਊਂਗਾ ਕਿਉਂਕਿ ਮੈਂ ਔਨ ਡਿਊਟੀ ਜਾਊਂਗਾ ਜੀ ਜੀ। ਤੇ ਫਿਰ ਉਹਨਾਂ ਨੇ ਹੌਲੀ ਹੌਲੀ ਮੇਰੇ ਮਹਿਕਮੇ ਨੂੰ ਅਪਰੋਚ ਕੀਤਾ, ਮੇਰੇ ਮਹਿਕਮੇ ਨੂੰ ਵੀ ਚਿੱਠੀ ਲਿਖੀ, ਫਿਰ ਨਾਲ ਮੇਰਾ ਵੀਜ਼ਾ ਕੈਨੇਡਾ ਦਾ ਲੱਗ ਗਿਆ। ਫਿਰ 6 ਮਹੀਨੇ ਦਾ ਕੰਟਰੈਕਟ ਤੇ ਮੈਂ ਕੈਨੇਡਾ ਚਲਾ ਗਿਆ ਜੀ। ਉੱਥੇ ਫਿਰ ਮੈਂ ਇਹਨਾਂ ਦਾ ਜਿਹੜੇ ਮੁੰਡੇ ਡਰੱਗਸ ਦੇ ਵਿੱਚ ਪਏ ਹੋਏ ਸੀ ਜੀ, ਉਹਨਾਂ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਸੀ। ਪਰ ਉਹਨਾਂ ਦਾ ਅਸੀਂ ਲੇਕ ਦੇ ਕੰਢੇ ਤੇ ਅਸੀਂ ਕੈਂਪ ਲਾਇਆ ਜੀ, ਤੇ ਉਹਨਾਂ ਪੇਰੈਂਟਸ ਨੂੰ ਕਿਹਾ ਵੀ ਤੁਸੀਂ ਇੱਕ ਹਫ਼ਤੇ ਲਈ ਕਿਸੇ ਨੇ ਇਹਨਾਂ ਦੇ ਨੇੜੇ ਨਹੀਂ ਆਉਣਾ, ਸਾਡੇ ਸਪੁਰਦ ਕਰ ਦਿਓ ਇਹਨਾਂ। ਹਾਂ, ਤੇ ਉੱਥੇ ਨੇੜੇ ਤੇੜੇ ਕੁਛ ਹੈ ਨਹੀਂ ਸੀ, ਖਾਣ ਪੀਣ ਦਾ ਸਮਾਨ ਸਾਡੇ ਕੋਲ ਸੀ। ਪਹਿਲੇ 2 ਦਿਨ ਜੀ ਉਹਨਾਂ ਨਾਲ ਹੇਠ ਉੱਪਰ ਵੀ ਹੋਇਆ ਮੈਂ। ਤੁਸੀਂ? ਹਾਂਜੀ, ਤਕੜੇ ਸੀ, ਉਹਨਾਂ ਨਾਲ ਫਿਜ਼ੀਕਲੀ ਮੈਂ ਤਕੜਾ ਸੀ ਜੀ। ਤੇ ਉਹਨਾਂ ਨੇ ਜਦ ਦੇਖਿਆ ਵੀ ਨਹੀਂ ਕੋਈ ਗੱਲ ਬਣਦੀ, ਫਿਰ ਉਹਨਾਂ ਨੂੰ ਮੈਂ ਕਿਹਾ, ਉਹ ਬੀਅਰ ਪੀ ਲੈਂਦੇ ਸੀ ਤੇ ਬਾਕੀ ਖਾਣ ਪੀਣ ਦਾ ਸਮਾਨ ਸਾਰਾ ਹੁੰਦਾ ਸੀ ਉੱਥੇ, ਉਹ ਖਾ ਪੀ ਲੈਂਦੇ। ਫਿਰ ਹੌਲੀ ਹੌਲੀ ਉਹਨਾਂ ਨੇ ਆਪਣਾ ਮਿਊਜ਼ਿਕ ਲਾ ਲੈਣਾ, ਉਹਨਾਂ ਦੇ ਮਿਊਜ਼ਿਕ ਨਾਲ ਮੈਂ ਵੀ ਡਾਂਸ ਕਰਨ ਲੱਗ ਜਾਣਾ। ਫਿਰ ਹੌਲੀ ਹੌਲੀ ਉਹਨਾਂ ਨੂੰ ਮੈਂ ਆਪਣੇ ਭੰਗੜੇ ਵੱਲ ਲਿਆਇਆ। ਫਿਰ ਭੰਗੜੇ ਦੇ ਤੌਰ ਤੇ ਹੀ ਅਸੀਂ ਜਿਹੜਾ ਉਹ ਰਿਹਰਸਲ ਕਰਦੇ ਸੀ, ਨਾਲ ਦੀ ਨਾਲ ਸਾਡੀ ਐਕਸਰਸਾਈਜ਼ ਹੋ ਜਾਂਦੀ ਸੀ। ਦੋਸਤੋ, ਕਹਿੰਦੇ ਨੇ ਗੱਲਾਂ ਨਾਲ ਨਹੀਂ ਕਦੇ ਵੀ ਮਹਿਲ ਬਣਦੇ, ਗੱਲ ਕਰਨੀ ਬੜੀ ਆਸਾਨ ਹੁੰਦੀ ਏ, ਮੰਜ਼ਿਲਾਂ ਸਦਾ ਉਹਨਾਂ ਨੂੰ ਮਿਲਦੀਆਂ ਨੇ ਜਿਹਦੇ ਸੁਪਨਿਆਂ ਅੰਦਰ ਜਾਨ ਹੁੰਦੀ ਏ। ਕਦੇ ਖੰਭਾਂ ਨਾਲ ਨਹੀਂ ਕਦੇ ਉੱਡ ਹੁੰਦਾ, ਸਦਾ ਹੌਸਲਿਆਂ ਨਾਲ ਉਡਾਨ ਹੁੰਦੀ ਏ। ਤੇ ਮੈਂ ਦੇਖ ਰਿਹਾ ਉਹ ਹੌਸਲਾ ਮਾਵੀ ਸਾਹਿਬ ਦਾ ਅੱਜ ਵੀ ਬਰਕਰਾਰ ਹੈ। ਤੇ ਮਾਵੀ ਸਾਹਿਬ, ਜਦੋਂ ਤੁਸੀਂ ਕੈਨੇਡਾ ਦੇ ਵਿੱਚ ਗਏ, ਉਹ ਕੈਂਪ ਲਾਇਆ, ਤੇ ਉੱਥੇ ਫਿਰ ਤੁਹਾਨੂੰ ਕਿੰਨਾ ਸਮਾਂ ਉਹਨਾਂ ਨੇ ਦੁਬਾਰਾ ਬੁਲਾ ਕੇ ਰੱਖਿਆ? ਉਹਨਾਂ ਦਾ ਜਦੋਂ ਮੈਂ ਕੈਂਪ ਲਾਇਆ, ਪਹਿਲੇ 4-5 ਦਿਨ ਤਾਂ ਉਹਨਾਂ ਦੇ ਨਾਲ ਕਾਫੀ ਔਖੇ ਹੋਣਾ ਪਿਆ ਜੀ ਜੀ ਜੀ। ਤੇ ਹੌਲੀ ਹੌਲੀ ਉਹ ਮੇਰੇ ਰਸਤੇ ਚੱਲਣ ਲੱਗ ਪਏ। ਸਵੇਰੇ ਉੱਠਦੇ ਸੀ, ਫਿਰ ਅਸੀਂ ਪਾਠ ਲਾ ਲੈਂਦੇ ਸੀ ਜੀ। ਪਾਠ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਮਿਊਜ਼ਿਕ ਲਾਉਣਾ ਸੀ ਉਹ ਆਪਣਾ ਮਿਊਜ਼ਿਕ ਲਾ ਲੈਂਦੇ ਸੀ।
ਮੈਂ ਉਹਨਾਂ ਦੇ 뮤직 ਦੇ ਨਾਲ ਮੈਂ ਵੀ ਡਾਂਸ ਕਰਦਾ ਸੀ। ਫਿਰ ਉਹਨਾਂ ਦੇ ਹਿਸਾਬ ਨਾਲ ਮੈਂ, ਕਿਉਂਕਿ ਮੈਂ ਵੈਜੀਟੇਰੀਅਨ ਸੀ, ਉਹ ਨਾਨ ਵੈਜ ਖਾਣ ਵਾਲੇ ਸੀ ਜੀ, ਉਹ ਆਪਣਾ ਖੁਰਾਕ ਖਾਂਦੇ ਸੀ, ਮੈਂ ਆਪਣੀ ਖੁਰਾਕ ਖਾਂਦਾ ਸੀ ਜੀ। ਤੇ ਉਸ ਤੋਂ ਬਾਅਦ ਅਸੀਂ ਲੇਕ ਸਾਈਡ ਤੇ ਚਲੇ ਜਾਂਦੇ ਸੀ, ਖੇਡਦੇ ਸੀ, ਉਹਨਾਂ ਦੇ ਨਾਲ ਹੀ ਮੈਂ ਵੀ ਰਲ ਮਿਲ ਜਾਂਦਾ ਸੀ। ਤੇ 15 ਦਿਨ ਤੋਂ ਬਾਅਦ ਉਹਨਾਂ ਦਾ ਇੰਨਾ ਦਿਲ ਲੱਗਿਆ, ਉਹਨਾਂ ਦੇ ਪੇਰੈਂਟਸ ਆਏ ਜੀ, ਉਹਨਾਂ ਨੂੰ ਕਹਿੰਦੇ ਵੀ ਚਲੋ ਬਾ, ਉਹ ਕਹਿੰਦੇ ਨਹੀਂ ਅਸੀਂ ਤਾਂ ਅੰਕਲ ਨਾਲੇ ਰਹਿਣਾ, ਪਹਿਲਾਂ ਮੇਰੇ ਨਾਲ ਆਉਣ ਨੂੰ ਤਿਆਰ ਨਹੀਂ ਸੀ ਜੀ। ਉਸ ਤੋਂ ਬਾਅਦ ਉਹਨਾਂ ਨੇ, ਉਹ ਇੱਕ ਡਾਕਟਰ ਸੀ ਜਿਹਦਾ ਬੇਟਾ, ਇੱਕੋ ਇੱਕ ਬੇਟਾ ਸੀ, ਉਹ ਡਰੱਗਸ ਪਿਆ ਹੋਇਆ ਸੀ, ਉਹ ਕਹਿੰਦੇ ਵੀ ਅਸੀਂ ਇੱਕ ਸਕੂਲ ਲੈ ਲੈਂਦੇ, ਤੁਸੀਂ ਇੱਥੇ ਨਸ਼ਾ ਛਡਾਊ ਜਿਹੜਾ ਸ਼ੁਰੂ ਕਰੋ। ਮੈਂ ਕਿਹਾ ਵੀ ਨਹੀਂ, ਮੈਂ ਤਾਂ 6 ਮਹੀਨੇ ਦੇ ਕੰਟਰੈਕਟ 'ਤੇ ਆਇਆ ਸੀ, ਮੇਰਾ ਕੰਟਰੈਕਟ ਪੂਰਾ ਹੋ ਗਿਆ, ਹੁਣ ਮੇਰੀਆਂ ਸ਼ਰਤਾਂ 'ਤੇ ਹੋਊਗਾ ਜੀ। ਫਿਰ ਉਹ ਕਹਿੰਦੇ ਠੀਕ ਹੈ, ਤੁਹਾਡੀਆਂ ਸ਼ਰਤਾਂ 'ਤੇ ਕਰਾਂਗੇ। ਫਿਰ ਮੈਂ ਕਿਹਾ ਵੀ ਸੈਟਰਡੇ ਸੰਡੇ ਮੈਂ ਕੈਨੇਡਾ ਘੁੰਮਣ ਜਾਊਂਗਾ, ਇਕੱਲਾ ਜਾਊਂਗਾ, ਜਿੱਥੇ ਮਰਜ਼ੀ ਜਾਊਂਗਾ, ਉਹ ਖਰਚਾ ਤੁਹਾਨੂੰ ਦੇਣਾ ਪਊਗਾ, ਪ੍ਰੋਟੀਨ ਦਾ ਜਿਹੜਾ ਤੁਸੀਂ ਜੀ ਜੀ। ਤੇ ਉਹਨਾਂ ਨੇ ਦਿੱਤਾ। ਮੈਂ ਫਿਰ ਪੌਣਾ ਕੈਨੇਡਾ ਜੀ ਇਕੱਲੇ ਨੇ, ਕਿਤੇ ਇੰਟੀਰੀਅਰ ਜਾ ਕੇ, ਕਿਤੇ ਜਾ ਕੇ ਉੱਥੋਂ ਦੇ ਹਾਲਾਤ ਦੇਖੇ, ਮੇਰੀ ਖੁੱਲੀ ਦਾੜੀ ਦੇਖ ਕੇ ਕਈ ਜਗ੍ਹਾ ਗੋਰਿਆਂ ਦੇ ਲੜਕੇ ਟੌਂਟ ਵੀ ਕਰਦੇ ਸੀ ਜੀ। ਤੇ ਮੈਂ ਉਹਨਾਂ ਨੂੰ ਕਹਿ ਦਿੰਦਾ, ਮੇ ਗੋਡ ਬਲੈਸ ਯੂ ਵਿਦ ਦ ਫਿਗਰਸ ਯੂ ਆਰ ਮੇਕਿੰਗ ਐਟ ਮੀ। ਤੇ ਉਹ ਦੇਖਦੇ ਨੇ ਵੀ ਹੈ ਇਹ ਤਾਂ ਅੰਗਰੇਜ਼ੀ ਵੀ ਬੋਲਦਾ, ਫਰਾਟੇਦਾਰ ਉਹ ਵੀ, ਹਾਂ। ਤੇ ਉਹ ਆਪਣਾ ਚੁੱਪ ਕਰਕੇ ਫਿਰ ਹੌਲੀ ਹੌਲੀ ਮੇਰੇ ਫੈਨ ਹੋ ਜਾਂਦੇ ਸੀ ਜੀ। ਤੇ ਮਾਵੀ ਸਾਹਿਬ, ਜਦੋਂ ਤੁਸੀਂ ਕੈਨੇਡਾ ਦੇ ਵਿੱਚ ਵਿਚਰੇ ਹੋ, ਆਪਣੇ ਕਲਚਰ ਦਾ ਤੇ ਉੱਥੋਂ ਦੇ ਕਲਚਰ ਦਾ ਤੁਹਾਨੂੰ ਕੁਝ ਡਿਫਰੈਂਸ ਲੱਗਿਆ? ਕੁਝ ਕਲਚਰ ਦਾ, ਸਾਡਾ ਕਲਚਰ ਤਾਂ ਵੈਸੇ ਕੀ ਉਹ ਥੋੜਾ ਫ੍ਰੀ ਕਲਚਰ ਹੈ ਜੀ, ਤੇ ਸਾਡਾ ਜਿਹੜਾ ਕਲਚਰ ਹੈ ਉਹ ਥੋੜ੍ਹੇ ਜਿਹੇ ਅਸੀਂ ਰਿਜ਼ਰਵ ਟਾਈਪ ਹੁੰਦੇ। ਪਰ ਉਹਨਾਂ ਦੇ ਨਾਲ, ਕਿਉਂਕਿ ਮੈਂ ਇੱਥੇ ਫੀਲਡ ਕੋਆਰਡੀਨੇਟਰ ਇਹਨਾਂ ਨਾਲ ਪਹਿਲਾਂ ਰਹਿ ਚੁੱਕਿਆ ਸੀ ਜੀ, ਕਾਫੀ ਟਾਈਮ ਬਤਾਇਆ ਸੀ, ਇਸ ਕਰਕੇ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਪਿਆ। ਤੇ ਮਾਵੀ ਸਾਹਿਬ, ਤੁਸੀਂ ਕੈਨੇਡਾ ਹੋ ਆਏ, ਉਸ ਤੋਂ ਬਾਅਦ ਫਿਰ ਦੁਬਾਰਾ ਵਾਪਸ ਪਿੰਡ ਆ ਗਏ, ਪੰਜਾਬ ਆ ਗਏ, ਇਹ ਤੋਂ ਬਿਨਾਂ ਤੁਸੀਂ ਫਿਰ ਹੋਰ ਕਿਹੜੇ ਕੰਟਰੀ ਦੇ ਵਿੱਚ ਗਏ ਹੋ? ਉਸ ਤੋਂ ਬਾਅਦ ਫਿਰ ਮੈਂ ਅਮਰੀਕਾ ਦੇ ਵਿੱਚ ਇੱਦਾਂ ਹੀ ਇੱਕ ਵਾਰ ਅਮਰੀਕਾ ਘੁੰਮਣ ਗਿਆ ਜੀ, ਇੱਕ ਵਾਰ ਫਿਰ ਇੰਗਲੈਂਡ ਦੇ ਵਿੱਚ, ਜਿਹੜੇ ਉੱਥੋਂ ਦੇ ਯੂਥ ਸੀ ਥੋੜ੍ਹੇ ਜਿਹੇ, ਉਹਨਾਂ ਨੇ ਮੈਨੂੰ ਸੱਦਿਆ, ਉੱਥੇ ਮੈਂ ਗਿਆ ਜੀ। ਫਿਰ ਉੱਧਰ ਘੁੰਮਣ ਫਿਰਨ ਲਈ, ਕਿਉਂਕਿ ਨੈਚੁਰਲ ਬਿਊਟੀ ਥਾਈਲੈਂਡ ਦੀ ਬਹੁਤ ਵਧੀਆ, ਥਾਈਲੈਂਡ ਅਤੇ ਬੈਂਕਾਕ ਮੈਂ ਘੁੰਮ ਕੇ ਆਇਆ ਜੀ। ਅਤੇ ਇੰਡੀਆ ਮੈਂ ਸਾਰਾ ਹੀ ਘੁੰਮਿਆ, ਇੰਡੀਆ ਦਾ ਕੋਈ ਜਗ੍ਹਾ ਨਹੀਂ ਜਿਹੜੀ ਜਿੱਥੇ ਮੈਂ ਨਹੀਂ ਗਿਆ। ਬੇਸਿਕਲੀ ਮੈਂ ਸਪੋਰਟਸ ਦੇ ਤੌਰ 'ਤੇ ਜਾਂਦਾ ਰਿਹਾ, ਕਿਤੇ ਫੁੱਟਬਾਲ ਖੇਡਣ, ਕਿਤੇ ਭੰਗੜਾ ਪਾਉਣ, ਅਤੇ ਸਾਰਾ ਹਿੰਦੁਸਤਾਨ ਘੁੰਮੇ, ਸਾਰੇ ਕਲਚਰ ਦੇਖੇ। ਮਾਵੀ ਸਾਹਿਬ, ਇੱਕ ਤੁਹਾਡੇ ਬਾਰੇ ਗੱਲ ਮੈਂ ਹੋਰ ਸੁਣੀ ਸੀ ਵੀ ਤੁਹਾਨੂੰ ਬਾਈਕਰ ਦਾ ਖਿਤਾਬ ਦਿੱਤਾ ਜਾਂਦਾ ਸੀ, ਉਹਦੇ ਵਿੱਚ ਕੀ ਕਹਾਣੀ ਸੀ? ਉਹ ਮੈਂ ਜਦੋਂ ਅਮਰੀਕਾ ਕੈਨੇਡਾ ਜਾਂਦਾ ਸੀ ਜੀ, ਤਾਂ ਸਿਰ 'ਤੇ ਮੈਂ ਟੋਪੀ ਲੈ ਲੈਂਦਾ ਸੀ, ਜਦੋਂ ਕਲੱਬ ਵਗੈਰਾ ਜਾਂਦਾ ਸੀ ਜੀ, ਉਹ ਟੋਪੀ ਲੈ ਕੇ, ਮੇਰੀ ਦਾੜੀ ਖੁੱਲੀ ਹੁੰਦੀ ਸੀ, ਉਹਨੂੰ ਦੇਖ ਕੇ ਫਿਰ ਉਹ ਜਿਹੜੇ ਗੋਰੇ ਨੇ ਉਹਨਾਂ ਦੀ ਵੀ ਦਾੜੀਆਂ ਖੁੱਲੀਆਂ ਹੁੰਦੀਆਂ ਨੇ ਜੀ, ਉਹ ਮੈਨੂੰ ਸਮਝਦੇ ਸੀ, ਯੂ ਆਰ ਅ ਬਾਈਕਰ, ਮਾਈ ਯਾ ਫਰੋਮ ਵੇਅਰ ਯੂ ਆਰ, ਮੈਂ ਕਹਿੰਦਾ ਆਈ ਐਮ ਇੰਡੀਅਨ, ਓ ਯੂ ਆਰ ਇੰਡੀਅਨ ਬਾਈਕਰ, ਲੈਟਸ ਕਮ ਐਂਡ ਜੁਆਇਨ। ਉਹ ਮੇਰੇ ਨਾਲ ਘੁਲ ਮਿਲ ਜਾਂਦੇ ਸੀ ਕਿਉਂਕਿ ਮੈਂ ਜਿੱਥੇ ਜਾਂਦਾ ਸੀ ਇਕੱਲਾ ਜਾਂਦਾ ਸੀ, ਤੇ ਉਹ ਮੇਰੇ ਗੋਰੇ ਆ ਜਿਹੜੇ ਗੋਰੀਆਂ ਮੇਰੇ ਨਾਲ ਘੁਲ ਮਿਲ ਜਾਂਦੇ ਸੀ। ਸਾਨੂੰ ਕੋਈ ਪਤਾ ਨਹੀਂ ਸੀ ਲੱਗਦਾ ਵੀ ਮੈਂ ਕੈਨੇਡਾ 'ਚ ਹੈ, ਅਮਰੀਕਾ 'ਚ ਹੈ ਜਾਂ ਪੰਜਾਬ 'ਚ ਹੈ। ਦੋਸਤੋ, ਕੈਨੇਡਾ ਦੀ ਗੱਲ, USA ਦੀ ਗੱਲ, ਆਸਟ੍ਰੇਲੀਆ ਦੀ ਗੱਲ, ਤੇ ਮੁੜ ਕੇ ਆ ਜਾਈਏ ਅਸੀਂ ਫਿਰ ਪੰਜਾਬ ਦੇ ਵਿੱਚ। ਤੇ ਮਾਵੀ ਸਾਹਿਬ, ਜਦੋਂ ਤੁਸੀਂ ਇੱਥੇ ਜੌਬ ਕਰਦੇ ਸੀ, ਤੁਸੀਂ ਫੂਡ ਸਪਲਾਈ ਦੇ ਵਿੱਚ ਸੀ, ਤੇ ਉਹ ਮੈਂ ਸੁਣਿਆ ਵੀ ਇੱਦਾਂ ਦਾ ਸਮਾਂ ਸੀ ਵੀ ਸੀਮੈਂਟ ਦਾ ਥੈਲਾ ਵੀ ਪਰਮਿਟ 'ਤੇ ਮਿਲਦਾ ਸੀ। ਤੇ ਜਦੋਂ ਤੁਹਾਡੀ ਲੁਧਿਆਣੇ ਡਿਊਟੀ ਸੀ, ਤੇ ਲੁਧਿਆਣਾ ਜਿਹੜਾ ਹੈ ਆਰਟਿਸਟਾਂ ਦਾ ਘਰ ਮੰਨਿਆ ਜਾਂਦਾ ਹੈ, ਮੱਕਾ ਮੰਨਿਆ ਜਾਂਦਾ ਹੈ, ਕਿਉਂਕਿ ਤੁਸੀਂ ਯਮਲਾ ਜੀ ਨੂੰ ਵੀ ਮਿਲੇ ਹੋਣੇ ਆ, ਸਦੀਕ ਸਾਹਿਬ ਨੂੰ ਮਿਲੇ ਹੋਣੇ ਆ, ਤੇ ਕਿਤੇ ਇਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਸੀ ਤੁਹਾਨੂੰ? ਬਹੁਤ ਜ਼ਿਆਦਾ ਜੀ। ਸਦੀਕ ਸਾਹਿਬ ਦੀ ਕੋਠੀ ਬਣਦੀ ਸੀ, ਇਹ ਮੇਰੇ ਕੋਲ ਪਰਮਿਟ ਲੈਣ ਆਉਂਦੇ ਸੀ ਜੀ। ਇਹਨਾਂ ਨੂੰ ਮੈਂ ਕਹਿੰਦਾ ਕੋਈ ਨਹੀਂ, ਤੁਸੀਂ ਸ਼ਾਮ ਨੂੰ ਆ ਕੇ ਪਰਮਿਟ ਲੈ ਜਾਓ ਜੀ। ਸ਼ਾਮ ਨੂੰ ਅਸੀਂ ਜਦ 5 ਵਜੇ ਤੋਂ ਡਿਊਟੀ ਤੋਂ ਬਾਅਦ ਅਸੀਂ ਛੱਤ ਦੇ ਉੱਤੇ ਬੈਠ ਜਾਂਦੇ ਸੀ, ਇਹਨਾਂ ਨੂੰ ਕਹਿੰਦੇ ਵੀ ਗੀਤ ਸੁਣਾਓ ਜੀ, ਗੀਤ ਸੁਣਾਉਣ ਤੋਂ ਬਾਅਦ ਪਰਮਿਟ ਲੈ ਜਾਓ। ਅਦਰਵਾਈਜ਼ ਉਦੋਂ ਸੀਮੈਂਟ ਦੀ ਬਲੈਕ ਬਹੁਤ ਜ਼ਿਆਦਾ ਸੀ ਜੀ, ਤੇ ਇਹ ਫਿਰ ਇਹਨਾਂ ਤੇ ਗੀਤ ਸੁਣਦੇ, ਯਮਲਾ ਜੱਟ ਆ ਜਾਂਦੇ ਸੀ ਜੀ, ਇਹਨਾਂ ਦਾ ਵੀ ਘਰ ਬਣਦਾ ਸੀ। ਕੋਈ ਐਸੀ ਯਾਦ ਜਿਹੜੀ ਯਮਲਾ ਜੀ ਨਾਲ ਜੁੜੀ ਹੋਵੇ ਜਾਂ ਸਦੀਕ ਸਾਹਿਬ ਨਾਲ ਜੁੜੀ ਹੋਵੇ, ਜਿਹੜੀ ਅੱਜ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ? ਯਮਲਾ ਜੀ ਮੈਨੂੰ ਸ਼ਾਮ ਨੂੰ ਕਹਿ ਦਿੰਦੇ ਸੀ ਵੀ ਤੂੰ, ਉਹ ਇਹਨਾਂ ਨੇ ਜਿੱਥੇ ਇਹਨਾਂ ਦਾ ਘਰ ਸੀ ਉਹਦੇ ਨਾਲ ਹੀ ਇੱਕ ਮੰਦਿਰ ਸੀ ਜੀ, ਉੱਥੇ ਇਹ ਰਿਆਜ਼ ਕਰਦੇ ਹੁੰਦੇ ਸੀ ਜੀ। ਉਹ ਮੈਨੂੰ ਕਹਿੰਦੇ ਵੀ ਤੂੰ ਮੇਰੇ ਗਾਣਿਆਂ ਦਾ ਬਹੁਤ ਸ਼ੌਕੀਨ ਹੈ, ਤੂੰ ਸ਼ਾਮ ਨੂੰ ਉੱਥੇ ਆ ਜਾਇਆ ਕਰ ਜੀ। ਤਾਂ ਕੁਦਰਤੀ ਉਦੋਂ ਲੂਨਾ ਇੱਕ ਮੋਪੜ ਸੀ, ਨਵਾਂ ਚੱਲਿਆ, ਬਿਲਕੁਲ ਜੀ, ਬਿਲਕੁਲ ਵੱਡੇ ਚੱਕਿਆਂ ਵਾਲੀ, ਹਾਂ। ਤੇ ਉਹ ਲੂਨਾ ਸਵੇਰੇ ਹੀ ਕੰਪਨੀ ਵਾਲੇ ਮੇਰੇ ਘਰ ਲਿਆ ਕੇ ਖੜੀ ਕਰ ਦਿੰਦੇ ਤੇਲ ਪਵਾ ਕੇ, ਤੇ ਮੈਨੂੰ ਕਹਿੰਦੇ ਤੁਸੀਂ ਇਹ 'ਤੇ ਘੁੰਮਿਆ ਕਰੋ। ਮੈਂ ਫਿਰ ਉਹ ਲੈ ਕੇ ਸ਼ਾਮ ਨੂੰ ਲਾਲਚੰਦ ਜਮਲਾ ਜੱਟ ਜੀ ਦੇ ਘਰ ਚਲਾ ਜਾਂਦਾ ਸੀ। ਮੈਂ 15-20 ਦਿਨ ਜਾਂਦਾ ਰਿਹਾ। ਫਿਰ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਇਹ ਮਕਸਦ ਕੀ ਹੈ, ਤੁਸੀਂ ਕਿਉਂ ਖੜਾ ਕਰਕੇ ਜਾਂਦੇ ਹੋ ਮੇਰੇ ਕੋਲ ਜੀ? ਉਹ ਕਹਿੰਦੇ ਜੀ ਸਾਡੀ ਪਬਲਿਸਿਟੀ ਹੁੰਦੀ ਹੈ,
ਅੰਬੈਸਡਰ ਬਣ ਗਏ ਤੁਸੀਂ ਤਾਂ ਉਹਨਾਂ ਦੇ। ਮੈਂ ਕਿਹਾ ਵੀ ਹੱਦ ਹੋ ਗਈ। ਕਹਿੰਦੇ ਸਾਡੀ ਪਬਲਿਸਿਟੀ ਹੁੰਦੀ ਉਹਦੇ ਕਰਕੇ ਅਸੀਂ ਤੇਲ ਪਵਾ ਕੇ ਖੜਾ ਕਰ ਜਾਂਦੇ। ਉਹ ਲੋਕ ਦੇਖਦੇ ਨੇ ਵੀ ਜਦੋਂ ਐਡਾ ਤਗੜਾ ਬੰਦਾ ਚਲਾਈ ਫਿਰਦਾ ਹੈ ਤਾਂ ਅਸੀਂ ਵੀ ਚਲਾ ਸਕਦੇ ਹਾਂ। ਮਤਲਬ ਉਹ ਤਾਂ ਇੱਕ ਮਸ਼ਹੂਰੀ ਸੀ ਉਹਨਾਂ ਦੀ ਵੀ, ਮਸ਼ਹੂਰੀ, ਆਪਣੀ ਮਸ਼ਹੂਰੀ ਛੋਟੀ ਦੇ ਗੱਡੀ ਹੈ ਪਰ ਸਵਾਰ ਭਰ ਹੈ, ਸਵਾਰ ਭਰ ਹੈ। ਤੇ ਮਾਵੀ ਸਾਹਿਬ, ਮੈਂ ਇੱਕ ਗੱਲ ਜਿਹੜੀ ਹੈ ਹੋਰ ਤੁਹਾਤੋਂ ਜਾਣਨੀ ਚਾਹੁੰਦਾ। ਪੰਜਾਬੀ ਦੇ ਵਿੱਚ ਕਹਿੰਦੇ ਵੀ ਅਜੇ ਤਾਂ ਉਹਦੇ ਦੰਦ ਜਿਹੜੇ ਦੁੱਧ ਵਾਲੇ ਨਹੀਂ ਟੁੱਟੇ। ਜਦੋਂ ਸੁਰਜੀਤ ਬਿੰਦਰਖੀਆ ਜੀ ਨੂੰ ਪੰਜਾਬੀ ਗਾਇਕੀ ਦੇ ਵਿੱਚ ਕੋਈ ਨਹੀਂ ਸੀ ਜਾਣਦਾ, ਜਦੋਂ ਸੁਰਜੀਤ ਬਿੰਦਰਖੀਆ ਚਾਹੇ ਆਪਣੇ ਫਾਦਰ ਸਾਹਿਬ ਦੇ ਪੈਰ ਚਿੰਨ੍ਹਾਂ ਦੇ ਚੱਲ ਕੇ ਭਲਵਾਨੀ ਕਰਦਾ ਸੀ, ਪਰ ਮੈਨੂੰ ਇਸ ਗੱਲ ਦਾ ਜ਼ਰੂਰ ਇਲਮ ਹੈ ਕਿ ਸੁਰਜੀਤ ਬਿੰਦਰਖੀਏ ਦੀ ਉਂਗਲੀ ਤੁਸੀਂ ਫੜੀ ਸੀ। ਮੈਂ ਭੰਗੜੇ ਤੇ ਗਿੱਧੇ ਦੀ ਟੀਮ ਲੈ ਕੇ ਕਲਕੱਤੇ ਗਿਆ ਸੀ ਜੀ। ਉੱਥੇ ਇਹ ਸਾਡੇ ਭੰਗੜੇ ਦੀ ਬੈਕਗਰਾਊਂਡ ਗਾਉਂਦਾ ਸੀ ਸੁਰਜੀਤ ਬਿੰਦਰਖੀਆ ਜੀ। ਤੇ ਬਿੰਦਰਖੀਆ ਜਦੋਂ ਸਾਡੇ ਭੰਗੜੇ ਦੀ ਬੈਕਗਰਾਊਂਡ ਗਾਉਂਦਾ ਸੀ ਤੇ ਨਾਲ ਇੱਕ ਅਸੀਂ ਇਹਨੂੰ ਕਿਹਾ ਵੀ ਇੱਕ ਦੋ ਗੀਤ ਉੱਦਾਂ ਵੀ ਤਿਆਰ ਕਰ ਲੈ ਤੂੰ ਜੀ। ਤਾਂ ਭੁਪਿੰਦਰ ਮਟੌਰੀਏ ਦਾ ਗੀਤ ਫੁੱਲਾਂ ਨਾਲੋਂ ਨਾਜ਼ੁਕ ਬੱਚੇ ਦੇ ਜ਼ਾਲਮ ਕਸ਼ਟ ਬੜੇ, ਹਾਂਜੀ। ਅਸੀਂ ਕਿਹਾ ਵੀ ਜਿਹੜੇ ਗੁਰੂ ਸਾਹਿਬਾਂ ਦੇ ਨਾਲ ਸੰਬੰਧਿਤ ਹੈ ਗੀਤ ਉਹ ਤਿਆਰ ਕਰ। ਇਹ ਤਿਆਰ ਕੀਤਾ। ਕਲਕੱਤੇ ਸਾਨੂੰ ਪੰਜਾਬੀ ਬਰਾਦਰੀ ਨੇ ਸ਼ਾਮ ਨੂੰ ਬੁਲਾ ਲਿਆ ਵੀ ਤੁਸੀਂ ਜਿਹੜੇ ਭੰਗੜੇ ਵਾਲੀ ਟੀਮ ਸਾਡੇ ਉੱਥੇ ਆਓ, ਪੰਜਾਬੀ ਬਰਾਦਰੀ 'ਚ ਮਾਣ ਤਾਣ ਦੇਣ ਵਾਸਤੇ। ਤੇ ਉੱਥੇ ਬਿੰਦਰਖੀਏ ਨੇ ਇਹ ਗੀਤ ਗਾਇਆ, ਫੁੱਲਾਂ ਨਾਲੋਂ ਨਾਜ਼ੁਕ ਬੱਚੇ ਦੇ ਜ਼ਾਲਮ ਕਸ਼ਟ ਬੜੇ। ਉਹਨਾਂ ਨੇ ਬਹੁਤ ਪਸੰਦ ਕੀਤਾ। ਇੱਕ ਗੀਤ ਹੋਰ ਸੁਣਿਆ। ਫਿਰ ਉਸ ਤੋਂ ਬਾਅਦ ਇੱਥੇ ਆ ਕੇ ਮੈਂ ਵਰਿੰਦਰ ਬਚਨ, ਉਦੋਂ ਇੱਕ ਮਿਊਜ਼ਿਕ ਡਾਇਰੈਕਟਰ ਸੀ, ਉਦੋਂ ਮਿਊਜ਼ਿਕ ਡਾਇਰੈਕਟਰ ਨਹੀਂ ਸੀ, ਉਦੋਂ ਹਾਰਮੋਨੀਅਮ ਤੇ ਢੋਲਕੀ ਵਜਾਉਂਦੇ ਸੀ। ਇਹ 20 ਸੈਕਟਰ ਰਹਿੰਦੇ ਸੀ ਜੀ। ਤੇ ਮੈਂ ਇਹਨਾਂ ਨੂੰ 100 ਰੁਪਏ ਦਿਹਾੜੀ ਦੇ ਹਿਸਾਬ ਨਾਲ ਇਹਨੂੰ ਕਿਹਾ ਵੀ ਤੂੰ ਰਿਆਜ਼ ਕਰ। ਇੱਕ ਕਮਰਾ ਲੈ ਕੇ ਦਿੱਤਾ ਇਹਨਾਂ ਨੂੰ ਤੇ ਸੁਰਜੀਤ ਬਿੰਦਰਖੀਏ ਨੂੰ ਤੇ ਨਾਲ ਉਹਨਾਂ ਵਰਿੰਦਰ ਬਚਨ ਨੂੰ 100 ਰੁਪਏ ਦਿਹਾੜੀ ਉਹਨੂੰ ਮਤਲਬ ਤੁਸੀਂ ਦਿੱਤੇ ਉਹਨਾਂ ਨੂੰ? ਹਾਂਜੀ ਜੀ। ਉਹ ਤਾਂ ਕਿ ਵੀ ਇਹਦਾ ਰਿਆਜ਼ ਕਰਾਓ। ਇਹ ਫਿਰ ਇਹਦਾ 6 ਮਹੀਨੇ ਰਿਆਜ਼ ਕਰਾਇਆ। 6 ਮਹੀਨੇ ਤੋਂ ਬਾਅਦ ਅਸੀਂ ਪਹਿਲੀ ਇਹਦੀ ਕੈਸਟ ਕੱਢੀ ਸੀ, ਅੱਖੀਆਂ ਦਾ ਵਰਜ ਬੁਰਾ ਜੀ। ਭੁਪਿੰਦਰ ਮਟੌਰੀਏ ਦੇ ਲਿਖੇ ਹੋਏ ਗੀਤ ਸੀ ਜੀ, ਬਿੰਦਰਖੀਏ ਨੇ ਗਾਏ। ਉਹ ਫਿਰ ਜਿਹੜੀ ਪਹਿਲੀ ਕੈਸਟ ਕੱਢਣ ਤੋਂ ਬਾਅਦ ਫਿਰ ਇਹ ਹੌਲੀ ਹੌਲੀ ਇਹ ਰਿਆਜ਼ ਕਰਨ ਲੱਗ ਗਿਆ ਜੀ ਤੇ ਇਹਨੂੰ ਪ੍ਰੋਗਰਾਮ ਵੀ ਮਿਲਣ ਲੱਗ ਗਏ ਤੇ ਗਾਂ ਵੱਧਦਾ ਚਲਾ ਗਿਆ। ਮਾਵੀ ਸਾਹਿਬ, ਇੱਕ ਤੁਹਾਡਾ ਬਹੁਤ ਵੱਡਾ ਉਪਕਾਰ ਸੀ ਪੰਜਾਬ ਤੇ ਪੰਜਾਬੀਅਤ ਤੇ, ਪੂਰੀ ਦੁਨੀਆ ਵਾਸਤੇ ਜਿੱਥੇ ਜਿੱਥੇ ਪੰਜਾਬੀ ਵਸਦੇ ਆ, ਕਿ ਤੁਸੀਂ ਸੁਰਜੀਤ ਬਿੰਦਰਖੀਏ ਵਰਗਾ ਕੋਹੇ-ਨੂਰ ਹੀਰਾ ਪੰਜਾਬੀ ਜ਼ੁਬਾਨ ਨੂੰ ਦਿੱਤਾ ਹੈ, ਪੰਜਾਬੀ ਮਾਂ ਬੋਲੀ ਨੂੰ ਦਿੱਤਾ ਹੈ, ਜਿਹਦੇ ਗੀਤ ਅੱਜ ਵੀ ਉਸੇ ਤਰ੍ਹਾਂ ਕੰਨਾਂ ਦੇ ਵਿੱਚ ਗੂੰਜਦੇ ਨੇ। ਕਿਉਂਕਿ ਕਿਸੇ ਨੇ ਬਹੁਤ ਸੋਹਣਾ ਲਿਖਿਆ ਵੀ ਯਮਲੇ ਜੱਟ ਦੇ ਮੋਹਰੇ ਅੱਜ ਵੀ ਸਾਰੇ ਹੀ ਬਾਉਣੇ ਨੇ, ਮਾਣਕ ਵਾਂਗੂ ਕਿੰਗਰੇ ਦਿੱਲੀ ਵਾਲੇ ਕਿਸੇ ਨਾ ਢਾਉਣੇ ਨੇ, ਖਾਲੀ ਕੋੜੀ ਰਣਜੀਤ ਕੌਰ ਦਾ ਅੱਜ ਵੀ ਵੱਜਦਾ ਏ, ਬਿੰਦਰਖੀਏ ਵਾਜੋ ਨਾ ਕਿਤੇ ਡੀਜੇ ਸੱਜਦਾ ਏ। ਤੇ ਮਾਵੀ ਸਾਹਿਬ, ਬਿੰਦਰਖੀਆ ਇੱਕ ਕੋਹੀਨੂਰ ਹੀਰਾ ਸੀ ਜਿਹੜਾ ਤੁਸੀਂ ਤਰਾਸ਼ ਕੇ ਦਿੱਤਾ ਤੇ ਬਾਅਦ ਦੇ ਵਿੱਚੋਂ ਚਲੋ ਕਿਸੇ ਹੋਰ ਨੇ ਮੁੱਲ ਪਾਇਆ, ਕਿਸੇ ਹੋਰ ਦੇ ਪ੍ਰਭਾਵ ਦੇ ਵਿੱਚ ਆਇਆ। ਕਿਆ ਜਦੋਂ ਸੁਰਜੀਤ ਬਿੰਦਰਖੀਆ ਤੁਹਾਨੂੰ ਕਿਤੇ ਮਿਲਦਾ ਸੀ, ਉਹਦੇ ਮਨ ਦੇ ਵਿੱਚ ਇਸ ਗੱਲ ਦਾ ਚੇਤਾ ਸੀ ਕਿ ਮੈਨੂੰ ਮਾਵੀ ਸਾਹਿਬ ਹੋਰਾਂ ਨੇ ਸਟੈਂਡ ਕੀਤਾ? ਬਿਲਕੁਲ। ਉਹ ਇਹਦਾ ਵਿਖਿਆਨ ਵੀ ਕਰਦਾ ਸੀ ਜੀ। ਅਸੀਂ ਦਿੱਲੀ ਇੱਕ ਵਿਆਹ 'ਤੇ ਗਏ ਸੀ, ਇੰਗਲੈਂਡ ਤੋਂ ਬਰਾਤ ਆਈ ਸੀ ਜੀ, ਬਾਈ ਹੈ ਜੀ। ਤੇ ਜਿਹੜਾ ਇੱਥੇ ਦਾ ਇੱਕ ਇੰਡਸਟਰੀਅਲਿਸਟ ਸੀ ਜਿਹਦੀ ਲੜਕੀ ਦਾ ਵਿਆਹ ਸੀ, ਉੱਥੇ ਉਹਨਾਂ ਨੇ ਬਿੰਦਰਖੀਏ ਨੂੰ ਸੱਦਿਆ ਹੋਇਆ ਸੀ ਜੀ। ਜਦੋਂ ਮੈਂ ਗੇਟ 'ਤੇ ਐਂਟਰ ਕਰਨ ਲੱਗਿਆ ਜੀ ਤਾਂ ਸਟੇਜ 'ਤੇ ਆਪਣਾ ਗਾਣਾ ਰੋਕ ਕੇ ਉਹਨੇ ਕਿਹਾ ਵੀ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਬਣਾਇਆ, ਜਿਨ੍ਹਾਂ ਨੇ ਮੈਨੂੰ ਸਟੇਜ 'ਤੇ ਚੜ੍ਹਾਇਆ, ਉਹ ਪੰਡਾਲ 'ਚ ਆ ਚੁੱਕੇ। ਮੈਂ ਉਹਨਾਂ ਨੂੰ ਕਹੂੰਗਾ ਵੀ ਤੁਸੀਂ ਸਟੇਜ 'ਤੇ ਆ ਜਾਓ ਜੀ। ਪਰ ਮੈਂ ਉਹ ਤੋਂ ਬਹੁਤਾ ਉਹ ਨਹੀਂ ਸੀ ਕਰਦਾ ਕਿਉਂਕਿ ਥੋੜ੍ਹਾ ਜਿਹਾ ਇੱਕ ਪਤਾ ਨਹੀਂ ਕਿਹਨੂੰ ਕਹਿ ਰਿਹਾ ਜੀ। ਤੇ ਮੈਂ ਆਪਣਾ ਜਾ ਕੇ ਸੀਟ 'ਤੇ ਬੈਠ ਗਿਆ ਜੀ। ਉਹ ਸਟੇਜ ਤੋਂ ਉਤਰ ਕੇ ਆਇਆ, ਆ ਕੇ ਮੈਨੂੰ ਬਾਂਹ ਤੋਂ ਫੜ ਕੇ ਲੈ ਗਿਆ, ਨਾਲ ਸਾਰਿਆਂ ਨੂੰ ਇੰਟਰੋਡਿਊਸ ਕਰਾਇਆ ਵੀ ਇਹਨਾਂ ਨੇ ਮੈਨੂੰ ਸਟੇਜ 'ਤੇ ਚੜਾਇਆ ਜੀ। ਤੇ ਮਾਵੀ ਸਾਹਿਬ, ਕਿਸੇ ਨੇ ਹੋਰ ਬਹੁਤ ਸੋਹਣਾ ਲਿਖਿਆ ਵੀ ਅੱਖਾਂ ਜਦੋਂ ਮਿੱਟੀਆਂ ਜ਼ਮਾਨਾ ਮੈਨੂੰ ਰੋਏਗਾ, ਥਾਂ ਥਾਂ ਹੀ ਆਪਣਾ ਬੇਗਾਨਾ ਮੈਨੂੰ ਰੋਏਗਾ। ਤੇ ਜਦੋਂ ਸੁਰਜੀਤ ਬਿੰਦਰਖੀਆ PGI ਦੇ ਵਿੱਚ ਦਾਖਲ ਸੀ, ਐਡਮਿਟ ਸੀ, ਲੱਗਦਾ ਸੀ ਵੀ ਬਹੁਤ ਕੁਝ ਮਾੜੀ ਖਬਰ ਆਉਣ ਵਾਲੀ ਹੈ। ਤੇ ਜਦੋਂ ਉਹ ਖਬਰ ਤੁਹਾਡੇ ਕੰਨਾਂ ਦੇ ਵਿੱਚ ਪਈ ਤੇ ਉਸ ਟਾਈਮ ਤੁਹਾਨੂੰ ਕੀ ਮਹਿਸੂਸ ਹੋਇਆ? ਮੈਂ ਇਹਨੂੰ ਮਿਲਣ ਗਿਆ ਸੀ ਜੀ। ਮਿਲਣ ਗਿਆ, ਮੈਨੂੰ ਸਪੈਸ਼ਲੀ ਇਹਨਾਂ ਦੇ ਘਰਦਿਆਂ ਨੇ ਬੁਲਾਇਆ ਵੀ ਤੇਰੀ ਗੱਲ ਮੰਨ ਲੈਂਦਾ, ਤੂੰ ਇਹਨੂੰ ਕਹਿ ਸਮਝਾ ਕੁਛ ਜੀ। ਤਾਂ ਉਦੋਂ ਉਹਨੇ ਸਿਰਫ ਇੱਕੋ ਗੱਲ ਕਹੀ ਵੀ ਹੁਣ ਤਾਂ ਵਕਤ ਲੰਘ ਚੁੱਕਿਆ। ਓ ਮਾਈ ਗੋਡ, ਵੀ ਹੁਣ ਮੇਰੇ ਬਸ ਦੀ ਗੱਲ ਨਹੀਂ ਜੀ। ਇੰਨਾ ਸੁਣ ਕੇ ਮੈਂ ਵਾਪਸ ਆ ਗਿਆ। ਚਲੋ ਮਾਵੀ ਸਾਹਿਬ, ਇਹ ਪਰਮਾਤਮਾ ਦਾ ਭਾਣਾ ਸੀ, ਇਹ ਪਰਮਾਤਮਾ ਦਾ ਵਿਧਾਨ ਹੈ ਤੇ ਉਹ ਭਾਣੇ ਦੇ ਵਿੱਚ ਰਹਿ ਕੇ ਤੁਸੀਂ ਵੀ ਬੜੀ ਕੁਰਬਾਨੀ ਦਿੱਤੀ ਹੈ। ਕਿਉਂਕਿ ਮੈਨੂੰ ਥੋੜ੍ਹਾ ਜਿਹਾ ਇੱਕ ਇਲਮ ਹੈ ਇਸ ਗੱਲ ਦਾ ਵੀ ਕਿ ਤੁਹਾਡੇ ਮਨ ਦੇ ਵਿੱਚ ਵੀ ਇੱਕ ਕਸਕ, ਇੱਕ ਪੀੜ ਸੀ ਜਦੋਂ ਸਾਡੇ ਮਾਤਾ ਜੀ ਤੁਹਾਨੂੰ ਛੱਡ ਕੇ ਤੁਰ ਗਏ।
ਤੇ ਉਦੋਂ ਮੈਂ ਸੁਣਿਆ ਸੀ ਤੁਹਾਡੇ ਸਮਕਾਲੀਆਂ ਤੋਂ ਕਿ ਮਾਵੀ ਸਾਹਿਬ ਕਿਤੇ ਕਿਤੇ ਪਰੇਸ਼ਾਨ ਰਹਿੰਦੇ ਆ, ਤੇ ਉਹ ਪਰੇਸ਼ਾਨੀ ਤੁਸੀਂ ਫਿਰ ਉਹ ਤੋਂ ਪਾਰ ਕਿਵੇਂ ਪਾਇਆ, ਪਰੇਸ਼ਾਨੀ ਤੋਂ ਕਿਵੇਂ ਕੱਢਿਆ ਆਪਣੇ ਆਪ ਨੂੰ? ਉਦੋਂ ਜਦ ਮੇਰੇ ਮਿਸਿਸ ਪੂਰੇ ਹੋਏ ਨੇ ਜੀ ਤਾਂ ਮੈਂ 6-7 ਦਿਨ ਕੁਛ ਖਾਣ ਨੂੰ ਦਿਲ ਨਾ ਕਰਿਆ ਕਰੇ, ਇਸੇ ਘਰ ਦੇ ਵਿੱਚ ਬਾਹਰ ਮੰਜੇ ਤੇ ਬੈਠ ਜਾਣਾ ਜੀ, ਇਹ ਕੰਮ ਵਾਲੀ ਜਿਹੜੀ ਹੋਣਾ ਹੈ, ਜੀ ਇਹਨੇ ਪੁੱਛਣਾ ਚਾਹ ਰੋਟੀ, ਕਿਸੇ ਚੀਜ਼ ਨੂੰ ਖਾਣ ਨੂੰ ਦਿਲ ਨਹੀਂ ਕਰਦਾ ਜੀ। ਤੇ ਫਿਰ ਡਾਕਟਰ ਹਰਬੰਸ ਸਿੰਘ ਜੱਜ ਨੇ, ਜਿਨ੍ਹਾਂ ਨੇ ਤੇ ਡੈਂਟਲ ਕਾਲਜ ਬਣਿਆ ਹੋਇਆ, ਉਹ ਕੈਨੇਡਾ ਤੋਂ ਆਏ, ਉਹ ਆ ਕੇ ਇੱਥੇ ਮੈਨੂੰ ਲੈ ਕੇ ਗਏ, ਲਿਜਾ ਕੇ ਉਹਨਾਂ ਨੇ ਪੀਜੀਆਈ ਮੇਰੇ ਸਾਰੇ ਟੈਸਟ ਕਰਾਏ, ਟੈਸਟਾਂ ਵਿੱਚ ਕੁਝ ਨਹੀਂ ਆਇਆ। ਫਿਰ ਇੱਕ ਹਾਰਟ ਸਪੈਸ਼ਲਿਸਟ ਸੀ 18 ਸੈਕਟਰ ਦੇ ਵਿੱਚ, ਉਹਦੇ ਕੋਲ ਲੈ ਕੇ ਗਏ, ਉਹਦੇ ਕੁਝ ਨਹੀਂ ਆਇਆ। ਫਿਰ ਉਹ ਕਹਿੰਦੇ ਵੀ ਮੇਰੇ ਬਾਰੇ ਪੁੱਛਣ ਲੱਗ ਗਏ ਵੀ ਗੱਲ ਕੀ, ਉਹਨਾਂ ਨੇ ਜਦੋਂ ਦੱਸਿਆ ਇਹ, ਫਿਰ ਉਹ ਕਹਿੰਦੇ ਵੀ ਇਹਦੇ ਮਨ 'ਤੇ ਪਰੇਸ਼ਾਨੀ ਹੈ, ਤੁਸੀਂ ਥੋੜਾ ਰਿਲੈਕਸ ਕਰੋ ਜਾ ਕੇ। ਉਸ ਤੋਂ ਬਾਅਦ ਅਸੀਂ ਗੋਲਫ ਕਲੱਬ ਚਲੇ ਗਏ, ਗੋਲਫ ਕਲੱਬ 2-3 ਦਿਨ ਜਾਂਦੇ ਰਹੇ। 2-3 ਦਿਨ ਜਾਣ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਤੁਸੀਂ ਆਊਟਿੰਗ 'ਤੇ ਨਿਕਲ ਜਾਓ। ਫਿਰ ਮੈਂ ਤੇ ਡਾਕਟਰ ਹਰਬੰਸ ਸਿੰਘ ਜੱਜ ਅਸੀਂ ਦੋਨੋਂ ਬੈਂਕਾਕ ਚਲੇ ਗਏ, ਥਾਈਲੈਂਡ ਚਲੇ ਗਏ। ਉਸ ਤੋਂ 15 ਦਿਨਾਂ ਬਾਅਦ ਜਦੋਂ ਵਾਪਸ ਆਏ ਤਾਂ ਮੈਂ ਕਾਫੀ ਠੀਕ ਹੋ ਗਿਆ ਸੀ। ਉਦੋਂ ਮਾਵੀ ਸਾਹਿਬ ਮਤਲਬ ਜਵਾਨ ਹੋ ਗਏ ਸੀ ਦੁਬਾਰਾ? ਬਿਲਕੁਲ ਮਾਵੀ ਸਾਹਿਬ ਵੈਸੇ ਕਿਉਂਕਿ ਜਿਹੜੇ ਪਹਿਲਾਂ ਜਿਹੜੇ ਧੱਕਾ ਲੱਗਿਆ ਸੀ ਉਸ ਤੋਂ ਮੈਂ ਉੱਭਰ ਆਇਆ ਸੀ। ਮਾਵੀ ਸਾਹਿਬ ਇਹ ਮੈਂ ਸੁਣਿਆ ਹੈ ਗੁਰਦਾਸ ਮਾਨ ਸਾਹਿਬ ਦਾ ਗੀਤ ਹੈ ਵੀ ਦਿਲ ਹੋਣਾ ਚਾਹੀਦਾ ਜਵਾਨ ਕੇ ਉਮਰਾਂ 'ਚ ਕੀ ਰੱਖਿਆ। ਤੇ ਜਦੋਂ ਸਾਡੀ ਚੈਨਲ ਸਤਰੰਗ ਦੀ ਟੀਮ ਤੁਹਾਡੇ ਵਿਹੜੇ ਦੇ ਵਿੱਚ ਐਂਟਰ ਕਰ ਰਹੀ ਸੀ, ਮੈਂ ਇੱਕ ਗੱਲ ਮਹਿਸੂਸ ਕੀਤੀ ਹੈ ਵੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਅਕਸਰ ਬੁੱਤ ਜਿਹੜੇ ਆ ਲੀਡਰਾਂ ਦੇ ਲੱਗੇ, ਕਿਸੇ ਨਾ ਕਿਸੇ ਖੇਤਰ ਦੇ ਵਿੱਚ ਉਹਨਾਂ ਨੇ ਉਪਲਬਧੀ ਕਰੀ ਹੈ ਜਾਂ ਨਹੀਂ ਕਰੀ ਹੈ। ਖਾਸ ਸ਼ਖਸੀਅਤਾਂ ਦੇ ਬੁੱਤ ਜਿਹੜੇ ਦੇਖਣ ਨੂੰ ਮਿਲੇ ਆ ਜਾਂ ਸ਼ਹੀਦਾਂ ਦੇ ਬੁੱਤ ਸੀ। ਤੇ ਜਦੋਂ ਮੈਂ ਮੇਜਰ ਦੇ ਵਿਹੜੇ ਵਿੱਚ ਸਾਡੀ ਚੈਨਲ ਸਤਰੰਗ ਦੀ ਟੀਮ ਦੇ ਨਾਲ ਐਂਟਰ ਕਰਦਾ ਹਾਂ, ਮੈਂ ਕੀ ਦੇਖਦਾ, ਉੱਥੇ ਤੁਹਾਡਾ ਹੀ ਬੁੱਤ ਲੱਗਿਆ ਹੋਇਆ। ਇਹ ਤੁਸੀਂ ਕਿਵੇਂ ਇਮੈਜਿਨੇਟ ਕੀਤਾ, ਕਿਵੇਂ ਇਮੈਜੀਨੇਸ਼ਨ ਕੀਤੀ ਵੀ ਆਹ ਕੰਮ ਇਹਨੂੰ ਕਰਨਾ ਚਾਹੀਦਾ? ਉਹ ਇਹ ਐਕਚੁਅਲੀ ਐਦਾਂ ਸੀ, ਮੇਰੇ ਤੋਂ ਛੋਟਾ ਬ੍ਰਦਰ ਮੈਨੂੰ ਕਹਿੰਦਾ ਵੀ ਤੂੰ ਇੱਥੇ ਇਕੱਲਾ ਬੈਠਾ ਜੀ ਤੇ ਮੇਰੀ ਜ਼ਮੀਨ ਸੇਲ ਤੇ ਲਾ ਦੇ, ਤੂੰ ਵੀ ਆਪਣੀ ਵੇਚ ਦੇ, ਤੂੰ ਇੱਥੇ ਆ ਜਾ, ਆਪਾਂ ਇਕੱਠੇ ਰਵਾਂਗੇ ਜੀ। ਤਾਂ ਉਹਦੀ ਜ਼ਮੀਨ ਅਸੀਂ ਸੇਲ ਤੇ ਲਾ ਦਿੱਤੀ ਜੀ। ਫਿਰ ਮੈਂ ਕਿਹਾ ਵੀ ਕੱਲ ਨੂੰ ਮੈਂ ਨਾ ਹੋਵਾਂ ਜੀ, ਆ ਹੁਣ ਹਾਲ ਤਾਂ ਬਣਾਇਆ ਸੀ ਕਿਸੇ ਦੇ ਕੰਮ ਆਉਣ ਲਈ, ਵਿਆਹ ਚੱਲਦੇ ਰਹਿਣ, ਤੇ ਬਾਅਦ ਵਿੱਚ ਜੇ ਮੇਰੇ ਤੋਂ ਬਾਅਦ ਇਹ ਹਾਲ ਦਾ ਵੀ ਇਹੀ ਕੰਮ ਹੋਇਆ, ਇਹ ਵੇਚ ਨਾ ਦੇਣ। ਜੀ। ਮੇਰਾ ਮਿੱਤਰ ਸੀ ਇੱਕ ਵੈਸਟ ਬੰਗਾਲ ਤੋਂ, ਉੱਤਰਾਖੰਡ 'ਚ ਆਰਟਿਸਟ ਸੀ ਬਹੁਤ ਤਗੜਾ ਜੀ। ਉਹ ਕਹਿੰਦਾ ਮੈਂ ਤੇਰਾ ਬੁੱਤ ਬਣਾਉਣਾ ਜੀ। ਮੈਂ ਉਹਨੂੰ ਕਿਹਾ ਮੇਰਾ ਬੁੱਤ, ਮੈਂ ਤਾਂ ਅਜੇ ਹੈਗਾ। ਕਹਿੰਦਾ ਨਹੀਂ, ਮੈਂ ਮਾਇਆਵਤੀ ਦੇ ਬੁੱਤ ਬਣਾ ਕੇ ਲਾਏ ਨੇ। ਤੇ ਉਹ ਮੈਂ ਕਿਹਾ ਵੀ ਠੀਕ ਹੈ ਬਣਾ ਲੈ। ਫਿਰ ਮੇਰੇ ਮਨ ਵਿੱਚ ਵੀ ਇਹ ਆਇਆ ਵੀ ਚੱਲ ਕੋਈ ਨਹੀਂ, ਬੁੱਤ ਬਣਾ ਲੂਗਾ ਤਾਂ ਇੱਥੇ ਹਾਲ ਦੇ ਵਿੱਚ ਲਾ ਦਾਂਗੇ ਤਾਂ ਕਿ ਫਿਰ ਇਹ ਹਾਲ ਹਮੇਸ਼ਾ ਵਾਸਤੇ ਲੋਕਾਂ ਦੇ ਕੰਮ ਆਉਂਦਾ ਰਹੂਗਾ ਵਿਆਹ ਸ਼ਾਦੀਆਂ ਦੇ ਵਿੱਚ। ਮਾਵੀ ਸਾਹਿਬ ਸੱਚਮੁੱਚ ਤੁਸੀਂ ਲੀਜੈਂਡ ਹੋ। ਤੁਸੀਂ ਮਾਵੀ ਸਾਹਿਬ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਹੋ। ਭਾਵੇਂ ਖੇਡਾਂ ਦੀ ਗੱਲ ਕਰਾਂ, ਭਾਵੇਂ ਸਮਾਜ ਭਲਾਈ ਦੇ ਕੰਮਾਂ ਦੀ ਗੱਲ ਕਰਾਂ, ਭਾਵੇਂ ਸੁਰਜੀਤ ਬਿੰਦਰਖੀਓ ਨੂੰ ਬਣਾਉਣ ਵਾਲੇ ਹੋ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਗੁੜਤੀ ਜਿਹੜੀ ਤੁਹਾਨੂੰ ਮਿਲੀ ਹੈ, ਇਹ ਗੁੜਤੀ ਜਿਹੜੀ ਸਮਾਜ ਸੇਵਾ ਦੀ ਮਿਲੀ ਹੈ, ਧੰਨ ਹੈ ਉਹ ਮਾਂ ਜਿਹਨੇ ਤੁਹਾਨੂੰ ਇਹ ਗੁੜਤੀ ਦਿੱਤੀ ਹੈ। ਤੇ ਹੁਣ ਆਪਾਂ ਦੂਸਰੇ ਪਾਸੇ ਜਦੋਂ ਵੀ ਅਖਬਾਰਾਂ 'ਚ ਪੜ੍ਹੀਦਾ ਸੁਣੀਦਾ, ਭਾਵੇਂ ਲੋਕਡਾਊਨ ਤੋਂ ਪਹਿਲਾਂ ਦੀਆਂ ਗੱਲਾਂ ਨੇ, ਕਿ ਅੱਜ ਮੇਜਰ ਦੇ ਵਿਹੜੇ ਦੇ ਵਿੱਚ ਬਰਾਤ ਢੁੱਕੀ ਹੋਈ ਹੈ। ਅੱਜ ਮੇਜਰ ਦੇ ਵਿਹੜੇ ਦੇ ਵਿੱਚ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦਾ ਆਨੰਦ ਕਾਰਜ ਹੋ ਰਿਹਾ ਹੈ। ਤੇ ਇਹ ਮਾਵੀ ਸਾਹਿਬ ਜਿਹੜਾ ਤੁਹਾਨੂੰ ਲੜਕੀਆਂ ਦੇ ਵਿਆਹ ਕਰਨ ਦੀ ਜਿਹੜੀ ਚੇਸ਼ਟਾ ਸੀ, ਪ੍ਰੇਰਨਾ ਸੀ, ਇਹ ਤੁਹਾਨੂੰ ਕਿੱਥੋਂ ਮਿਲੀ? ਪਹਿਲਾਂ ਮੈਂ ਬੇਸਿਕਲੀ ਸਪੋਰਟਸਮੈਨ ਸੀ, ਅਸੀਂ ਟੂਰਨਾਮੈਂਟ ਕਰਵਾਇਆ ਕਰਦੇ ਸੀ ਜੀ। ਫਿਰ ਮੇਰਾ ਇੱਕ ਕਜ਼ਨ ਸੀ ਬਲਦੇਵ ਸਿੰਘ ਮਾਵੀ, ਇੰਗਲੈਂਡ ਦੇ ਵਿੱਚ ਜੀ। ਉਹ ਆਇਆ, ਆ ਕੇ ਕਹਿੰਦਾ ਵੀ ਕਿਉਂ ਨਾ ਆਪਾਂ 4-5 ਲੜਕੀਆਂ ਦੇ ਜਿਹੜੇ ਲੋੜਵੰਦ ਆ ਉਹਨਾਂ ਦੇ ਵਿਆਹ ਕਰੀਏ ਜੀ। ਮੈਂ ਕਿਹਾ ਵੀ ਸਾਨੂੰ ਇਹ ਜੇ ਕੰਮਾਂ ਦਾ ਤਾਂ ਪਤਾ ਹੈ ਨਹੀਂ, ਅਸੀਂ ਤਾਂ ਟੂਰਨਾਮੈਂਟ ਕਰਾਉਣ ਜਾਣਦੇ ਹਾਂ। ਉਹ ਕਹਿੰਦੇ ਤੁਸੀਂ ਇੱਕ ਵਾਰ ਕਰਕੇ ਤਾਂ ਦੇਖੋ। ਫਿਰ ਅਸੀਂ 5 ਲੜਕੀਆਂ ਦੇ ਪਹਿਲੀ ਵਾਰ ਇਕੱਠੇ ਵਿਆਹ ਕਰਾਏ ਜੀ, ਤੇ ਰਸ਼ ਹੋ ਗਿਆ ਸੀ ਬਹੁਤ ਜ਼ਿਆਦਾ। ਤੇ ਉਸ ਤੋਂ ਬਾਅਦ ਫਿਰ ਇੱਕ ਦੋ ਦੇ ਕਰਾਉਂਦੇ ਰਹੇ ਜੀ। ਉਸ ਤੋਂ ਇੱਕ ਲੜਕੀ ਇੱਦਾਂ ਦੀ ਸੀ, ਕਪੂਰਥਲੇ ਵੱਲ ਦੇ ਪਿੰਡ ਦੀ ਲੜਕੀ ਸੀ। ਉਹਦੇ ਫਾਦਰ ਮਦਰ ਦੀ ਡੈਥ ਹੋ ਗਈ ਸੀ, ਆਪਣੀ ਸਿਸਟਰ ਦੇ ਕੋਲ ਰਹਿੰਦੀ ਸੀ ਜੀ। ਤੇ ਸਿਸਟਰ ਦੇ ਜਦੋਂ ਆਪਣਾ ਪਰਿਵਾਰ ਵੱਡਾ ਹੋ ਗਿਆ ਜੀ, ਤਾਂ ਉਹਦਾ ਹਸਬੈਂਡ ਕਹਿਣ ਲੱਗ ਗਿਆ ਵੀ ਇਹ ਜਿਹਦੀ ਉਹਨਾਂ ਨੂੰ ਸੰਭਾਲੋ, ਵੀ ਅਸੀਂ ਇਹਨੂੰ ਕਿੰਨੀ ਜ਼ਿੰਮੇਵਾਰੀ ਤੋਂ ਭੱਜਦੇ ਸੀ। ਹਾਂ, ਕਿੱਥੇ। ਫਿਰ ਰਿਸ਼ਤੇਦਾਰਾਂ ਦੇ ਵਿੱਚ ਪੈ ਕੇ ਉਹਦਾ ਰਿਸ਼ਤਾ ਕਰਾ ਦਿੱਤਾ ਜੀ। ਉਹ ਰਿਸ਼ਤਾ ਕਰਾਇਆ ਹੋਇਆ, ਫਿਰ ਉਹ ਵਿਆਹ ਕਰਾਉਣ ਤੋਂ ਮੁੱਕਰ ਕੇ ਕਹਿੰਦੇ ਅਸੀਂ ਵਿਆਹ ਨਹੀਂ ਕਰਾ ਸਕਦੇ ਜੀ। ਉਹ ਆ ਕੇ ਇੱਥੇ ਮੇਰੇ ਕੋਲ ਆ ਗਏ, ਮੈਂ ਕਿਹਾ ਠੀਕ ਹੈ ਕਰ ਦਾਂਗੇ। ਅਸੀਂ ਉਸ ਬੇਟੀ ਦਾ ਵਿਆਹ ਕਰ ਦਿੱਤਾ ਜੀ। ਤੇ ਉਹਦਾ ਜਿਹੜਾ ਹਸਬੈਂਡ ਸੀ ਉਹ ਇੱਕ ਫੈਕਟਰੀ 'ਚ ਕੰਮ ਕਰਦਾ ਸੀ। ਉਹ
ਵਿਆਹ ਹੋਣ ਤੋਂ 2 ਸਾਲ ਬਾਅਦ ਜੀ ਦੋਨੋਂ ਹਸਬੈਂਡ ਵਾਈਫ ਬਾਹਰ ਆ ਗਏ। ਉਹ ਅੰਦਰ ਵੜਦੀ ਸਾਰ ਰੋਣ ਲੱਗ ਗਈ ਉੱਚੀ ਉੱਚੀ। ਮੈਂ ਕਿਹਾ ਕੀ ਗੱਲ ਬੇਟੇ, ਇਹ ਤੈਨੂੰ ਤੰਗ ਕਰਦਾ? ਕਹਿੰਦੀ ਨਹੀਂ, ਤੰਗ ਨਹੀਂ ਕਰਦਾ। ਕਹਿੰਦੀ ਮੈਨੂੰ ਤਾਂ ਇਹ ਹੈ ਵੀ ਜਿਹਨੇ ਮੈਨੂੰ ਜੰਮਿਆ ਸੀ ਉਹਨਾਂ ਨੇ ਮੈਨੂੰ ਸਾਂਭਿਆ, ਜਿਹਨੇ ਮੈਨੂੰ ਪਾਲਿਆ ਉਹਨਾਂ ਨੇ ਮੈਨੂੰ ਸਾਂਭਿਆ। ਨਾ ਮੈਂ ਤੁਹਾਨੂੰ ਜਾਣਦੀ ਸੀ ਨਾ ਤੁਸੀਂ ਮੈਨੂੰ ਜਾਣਦੇ ਸੀ, ਤੁਸੀਂ ਮੇਰਾ ਘਰ ਵਸਾਤਾ। ਕੀ ਬਾਤ ਹੈ ਮਾਵੀ ਹੁਣ ਅਸੀਂ ਦੋਵੇਂ ਇਹ ਫੈਕਟਰੀ 'ਚ ਕੰਮ ਕਰਦਾ, ਮੈਂ 3-4 ਘਰਾਂ ਦੇ ਭਾਂਡਿਆਂ ਦਾ ਕੰਮ ਕਰਦੀ ਹਾਂ। ਅਸੀਂ ਦੋਹਾਂ ਨੇ ਇੱਕ ਕਮਰਾ ਬਣਾ ਲਿਆ। ਜਿਹੜਾ ਤੁਸੀਂ ਸਮਾਨ ਦਿੱਤਾ ਸੀ ਉਹ ਉਸ ਕਮਰੇ 'ਚ ਰੱਖਿਆ ਹੋਇਆ। ਅਸੀਂ ਆਪਣਾ ਗੁਜ਼ਾਰਾ ਆਪ ਕਰ ਰਹੇ ਹਾਂ। ਕੀ ਬਾਤ ਹੈ। ਕਹਿੰਦੀ ਮੈਂ ਸਾਲ ਦੀ ਇਹ ਆਪਣੇ ਹਸਬੈਂਡ ਨੂੰ ਕਹਿੰਦੀ ਹਾਂ ਵੀ ਚੱਲ ਉਹਨਾਂ ਕੋਲ ਜਾ ਕੇ ਬਾਬਾ ਜੀ ਦਾ ਸ਼ੁਕਰੀਆ ਕਰਕੇ ਆਉਣੀ। ਮੈਂ ਕਿਹਾ ਭਾਈ ਮੈਂ ਬਾਬਾ ਜੀ ਤਾਂ ਹੈ ਨਹੀਂ, ਮੈਂ ਤਾਂ ਇਨਸਾਨ ਹੈ, ਇਨਸਾਨੀਅਤ ਦੇ ਤੌਰ 'ਤੇ। ਉਸ ਤੋਂ ਬਾਅਦ ਫਿਰ ਮੇਰੇ ਮਨ ਨੂੰ ਇਹ ਹੋਇਆ ਵੀ ਇੱਕ ਦੁਖੀ ਦਿਲ ਨੂੰ ਮਦਦ ਕੀਤੀ ਹੈ ਤਾਂ ਉਹ ਆਪਣੇ ਜ਼ਿੰਦਗੀ ਦੇ ਵਿੱਚ ਸਫਲ ਹੋ ਗਏ। ਤਾਂ ਫਿਰ ਅਸੀਂ ਇਹ ਲੜੀਏ ਸ਼ੁਰੂ ਕਰ ਦਿੱਤੀ ਵੀ ਹਰ ਮਹੀਨੇ ਫਿਰ ਇੱਕ ਵਿਆਹ ਕਰਾਇਆ ਕਰਾਂਗੇ। ਮਾਵੀ ਸਾਹਿਬ, ਜਦੋਂ ਧੀਆਂ ਧਿਆਣੀਆਂ ਦੇ ਲੋੜਵੰਦ ਪਰਿਵਾਰਾਂ ਦੇ ਲੜਕੀਆਂ ਦੇ ਵਿਆਹ ਸ਼ਾਦੀਆਂ ਤੁਸੀਂ ਆਰੰਭ ਕਰਤੀਆਂ, ਤੁਸੀਂ ਸਮਾਨ ਦਾ ਜ਼ਿਕਰ ਕੀਤਾ ਤੇ ਫਿਰ ਕਿੰਨਾ ਕੁ ਸਮਾਨ ਹੈ ਜਿਹੜਾ ਤੁਸੀਂ ਇੱਕ ਲੜਕੀ ਨੂੰ ਦਿੰਦੇ ਹੋ? ਇਹ ਰੂਟੀਨ ਦੇ ਵਿੱਚ ਜਿਹੜਾ ਬੇਸਿਕਲੀ ਇੱਕ ਬਾਕਸ ਬੈੱਡ ਦਾ ਦਿੰਦੇ, ਡਬਲ ਬੈੱਡ ਜੀ, ਉਹਦੇ ਗੱਦੇ, 5 ਬਿਸਤਰੇ, ਜੀ 2 ਸਰਦੀਆਂ ਦੇ 3 ਗਰਮੀਆਂ ਦੇ, ਜੀ 51 ਭਾਂਡੇ ਜਿਹੜੇ ਰਸੋਈ 'ਚ ਕੰਮ ਆਉਣ ਵਾਲੇ ਨੇ, 5 ਲੜਕੀ ਨੂੰ ਸੂਟ ਤੇ 2 ਲੜਕੇ ਨੂੰ ਸੂਟ। ਜੀ ਇਹ ਰੂਟੀਨ ਦੇ ਵਿੱਚ ਜਿਹੜਾ ਅਸੀਂ ਹਰ ਇੱਕ ਨੂੰ ਦਿੰਦੇ ਹਾਂ। ਜੀ ਹਾਂਜੀ ਮਾਵੀ ਸਾਹਿਬ, ਇਹ ਕਾਰਜ ਬਹੁਤ ਔਖਾ ਹੈ ਪਰ ਸੱਚਮੁੱਚ ਦਰਸ਼ਕੋ ਇਹ ਕਾਰਜ ਬਹੁਤ ਪੁੰਨ ਹੈ। ਚਾਹੇ ਤੁਸੀਂ ਗੰਗਾ ਨਹਾ ਲਓ, ਚਾਹੇ ਰੁਦਰ ਪ੍ਰਯਾਗ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਪਰ ਇਹ ਸਭ ਤੋਂ ਪੁੰਨ ਦਾ ਕਾਰਜ ਹੈ ਕਿਸੇ ਦੀ ਕੰਨਿਆ ਨੂੰ, ਕਿਸੇ ਧੀ ਧਿਆਣੀ ਨੂੰ ਉਹਦੇ ਘਰ ਦੇ ਵਿੱਚ ਵਸਾ ਦੇਣਾ। ਤੇ ਮਾਵੀ ਸਾਹਿਬ, ਜਿਹੜਾ ਇਹ ਕਾਰਜ ਤੁਸੀਂ ਆਰੰਭਿਆ ਹੈ ਅੱਜ ਤੱਕ ਅਗਰਸਰ ਹੈਗਾ ਆ, ਜਾਰੀ ਹੈ, ਇਸ ਕੰਮ ਦੇ ਵਿੱਚ ਤੁਹਾਨੂੰ ਕਿਸੇ ਹੋਰ NGOs ਦੇ ਵੱਲੋਂ, ਕਿਸੇ ਸਰਕਾਰੀ ਅਦਾਰੇ ਵੱਲੋਂ, ਕਿਸੇ ਹੋਰ ਸਮਾਜ ਸੇਵੀ ਵੱਲੋਂ ਇਹਦੇ ਵਿੱਚ ਕੋਈ ਹਿੱਸਾ ਵੀ ਪਾਉਂਦਾ ਤੁਹਾਡੇ ਨਾਲ? ਨਹੀਂ, ਕਿਸੇ NGO ਦਾ ਕਿਸੇ ਦਾ ਕੋਈ ਹਿੱਸਾ ਨਹੀਂ। ਇਹਦੇ ਸਿਰਫ ਮੇਰੇ ਪਰਿਵਾਰ ਦੇ, ਜਿੱਦਾਂ ਮੇਰਾ ਬ੍ਰਦਰ ਹੈ, ਕਈ ਵਾਰ ਉਹ ਕਹਿ ਦਿੰਦਾ ਸਮਾਨ ਮੈਂ ਲੈ ਕੇ ਦੇ ਦੂੰਗਾ ਜੀ। ਲਾਸਟ ਈਅਰ ਮੈਂ ਵਿਆਹ ਇੱਕ ਰੱਖਿਆ ਸੀ ਜੀ, ਇੱਕ ਬਹੁਤ ਜ਼ਰੂਰਤਮੰਦ ਲੜਕੀ ਇੱਥੇ ਆ ਗਈ। ਉਹ ਕਹਿੰਦੇ ਵੀ ਜਿੱਦਾਂ ਮਰਜ਼ੀ ਕਰੋ, ਮੇਰਾ ਵੀ ਜ਼ਰੂਰ ਕਰੋ। ਮੈਂ ਕਿਹਾ ਸਮਾਨ ਤਾਂ ਮੈਂ ਇੱਕ ਦਾ ਦੇ ਸਕਦਾ। ਤਾਂ ਉਹ ਕਹਿੰਦੇ ਵੀ ਤੁਸੀਂ ਸਮਾਨ ਬੇਸ਼ੱਕ ਨਾ ਦਿਓ। ਜੀ। ਤਾਂ ਇੱਥੇ ਅਸੀਂ ਵਿਆਹ ਦੋਨੋਂ ਲੜਕੀਆਂ ਦੇ ਕਰ ਦਿੱਤੇ। ਇੰਨੇ ਨੂੰ ਦੁਪਹਿਰ ਨੂੰ ਮੇਰਾ ਕੈਨੇਡਾ ਤੋਂ ਬ੍ਰਦਰ ਆ ਗਿਆ। ਜੀ। ਤਾਂ ਉਹ ਮੈਨੂੰ ਪੁੱਛਦਾ, ਬਾਈ ਵਿਆਹ 2 ਲੜਕੀਆਂ ਦੇ, ਸਮਾਨ ਇੱਕ ਦਾ ਪਿਆ। ਮੈਂ ਕਿਹਾ ਮੇਰੇ ਕੋਲ ਪੈਸੇ ਇੰਨੇ ਹੀ ਸੀ। ਜੀ। ਉਹ ਕਹਿੰਦਾ ਹੁਣੇ ਲਿਆ ਕੇ ਦਿਓ, ਦੂਜੀ ਲੜਕੀ ਨੂੰ ਵੀ ਦਿਓ। ਐਦਾਂ ਪਰਿਵਾਰ ਦੇ ਮੈਂਬਰਾਂ ਨੇ ਕਿਸੇ ਨੇ ਸਮਾਨ ਕਈ ਵਾਰ ਲਿਆ ਕੇ ਦੇ ਦਿੱਤਾ। ਜਿਹੜੀ ਚੀਜ਼ ਦੀ ਮੈਨੂੰ ਲੋੜ ਹੁੰਦੀ ਸੀ ਉਹ ਪਰਿਵਾਰ ਦੇ ਮੈਂਬਰ ਹੀ ਲਿਆ ਕੇ ਦਿੰਦੇ ਨੇ। ਇੱਕ ਭੁਪਿੰਦਰ ਮਟੌਰੀਆ, ਮੈਂ ਆਰਟ ਲਿੰਕ ਮੋਹਾਲੀ ਦਾ ਪ੍ਰੈਜ਼ੀਡੈਂਟ ਵੀ ਹਾਂ ਜੀ, ਉਹਦੇ ਤੌਰ 'ਤੇ ਭੁਪਿੰਦਰ ਮਟੌਰੀਆ ਸਾਡਾ ਜਨਰਲ ਸੈਕਟਰੀ ਹੈ ਜੀ। ਉਹ ਕਈ ਵਾਰ ਉਹ ਸਮਾਨ ਦੇ ਜਾਂਦੇ ਨੇ ਜੀ ਵੀ ਆਹ ਸਮਾਨ ਸਾਡੇ ਵੱਲੋਂ ਜਿਹੜਾ ਵਿਆਹ ਕਰੋਗੇ ਆਹ ਸਾਡੇ ਵੱਲੋਂ ਦੇ ਦਿਓ। ਮਾਵੀ ਸਾਹਿਬ, ਜਦੋਂ ਕੋਈ ਮਨੁੱਖ ਵਿਅਕਤੀ, ਖਾਸ ਕਰਕੇ ਤੁਹਾਡੇ ਵਰਗੀ ਸ਼ਖਸੀਅਤ ਕਿਸੇ ਚੰਗੇ ਕੰਮ ਵਾਸਤੇ ਤੁਰਦੀ ਹੈ, ਸਮਾਜ ਭਲਾਈ ਦੇ ਕੰਮ ਵਾਸਤੇ ਤੁਰਦੀ ਹੈ, ਤਾਂ ਕਿਤੇ ਨਾ ਕਿਤੇ ਕੁਝ ਲੋਕ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ, ਖਿੱਚਣ ਵਾਲੇ ਹੁੰਦੇ ਆ। ਕੋਈ ਅੱਗੇ ਨੂੰ ਖਿੱਚਦਾ, ਕੋਈ ਪਿੱਛੇ ਨੂੰ ਖਿੱਚਦਾ, ਕੋਈ ਬੁਰਾਈ ਕਰਦਾ। ਕੋਈ ਤੁਹਾਨੂੰ ਇਹੋ ਜਿਹਾ ਤਲਖ ਤਜਰਬਾ ਹੋਇਆ ਹੋਵੇ? ਬਹੁਤ ਜ਼ਿਆਦਾ। ਕੋਈ ਜਿਹੜਾ ਸਾਡੇ ਦਰਸ਼ਕਾਂ ਨਾਲ ਸਾਂਝਾ? ਸਾਡੇ ਪਰਿਵਾਰ ਨੂੰ ਇਹ ਆਪਸ ਵਿੱਚ ਪਾੜਨ ਦੀ ਕੋਸ਼ਿਸ਼ ਕੀਤੀ ਵੀ ਪੈਸੇ ਤੁਸੀਂ ਖਰਚ ਕਰਦੇ ਹੋ ਨਾ, ਇਹਦਾ ਚੱਲਦਾ ਜੀ। ਤੇ ਉਹ ਪਰਿਵਾਰ ਵਾਲਿਆਂ ਨੇ ਸਾਰੇ ਟੋਟਲ ਜਿਹੜੇ ਪੈਸੇ ਈਵਨ ਆਪਣੀ ਜ਼ਮੀਨ ਦਾ ਠੇਕਾ ਵੀ ਆਪ ਲੈਣਾ ਸ਼ੁਰੂ ਕਰ ਦਿੱਤਾ ਸੀ ਜੀ। ਫਿਰ ਵਿਆਹ ਫਿਰ ਉਦਾਂ ਹੀ ਚੱਲਦੇ ਰਹੇ ਜੀ। ਉਹ ਹੌਲੀ ਹੌਲੀ ਫਿਰ ਉਹ ਕਹਿੰਦੇ ਨਹੀਂ ਕੋਈ ਨਹੀਂ, ਠੇਕਾ ਜਿਹੜਾ ਆਉਂਦਾ ਇਹਦੇ ਚਲਾ ਦਿਆ ਕਰੋ। ਉਹ ਫਿਰ ਉਦਾਂ ਹੀ ਚੱਲ ਪਿਆ। ਦਰਸ਼ਕੋ, ਗੁਰਬਾਣੀ ਦਾ ਫਰਮਾਨ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਮਾਵੀ ਸਾਹਿਬ ਦੀ ਉਸਤਤ ਅੱਜ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ, ਪੂਰੇ ਸੰਸਾਰ ਦੇ, ਪੂਰੇ ਪੰਜਾਬੀਅਤ ਦੇ ਵਿੱਚ ਹੋ ਰਹੀ ਹੈ। ਤੇ ਮਾਵੀ ਸਾਹਿਬ, ਹੁਣ ਤੱਕ ਤੁਸੀਂ ਕਿੰਨੀਆਂ ਕੁ ਲੜਕੀਆਂ ਦੇ ਜਿਹੜੀਆਂ ਵਿਆਹ ਆਨੰਦ ਕਾਰਜ ਕਰਵਾ ਚੁੱਕੇ ਹੋ? ਤਕਰੀਬਨ ਮੈਂ ਅੰਦਾਜ਼ੇ ਦੇ ਨਾਲ ਦੱਸ ਸਕਦਾ, ਘੱਟੋ ਘੱਟ ਤਾਂ 150 ਵੱਧ ਹੋ ਸਕਦਾ ਜੀ। ਤੇ ਇਹਦੇ ਵਿੱਚ ਕਈ ਐਦਾਂ ਦੇ ਵੀ ਨੇ ਜਿਹੜੇ ਇੱਥੇ ਇਹ ਜਗ੍ਹਾ ਨੂੰ ਵਰਤਿਆ ਉਹਨਾਂ ਨੇ, ਪਰ ਖਰਚਾ ਉਹ ਕਹਿੰਦੇ ਵੀ ਖਰਚਾ ਅਸੀਂ ਆਪ ਕਰ ਦਾਂਗੇ ਜੀ। ਖਰਚਾ ਉਹ ਆਪ ਕੀਤਾ ਉਹਨਾਂ ਨੇ, ਜਗ੍ਹਾ ਵਰਤੀ। ਇਹ ਲੜਕੀ ਦਾ ਘਰ ਅਸੀਂ ਬਣਾ ਦਿੰਦੇ, ਪਿੱਛੇ ਇੱਕ ਹਾਲ ਬਣਾਇਆ ਉਹ ਬਰਾਤ ਵਾਲਿਆਂ ਵਾਸਤੇ। ਮਾਵੀ ਸਾਹਿਬ, ਅਕਸਰ ਜਦੋਂ ਤੁਹਾਡਾ ਜ਼ਿਕਰ ਚੱਲਦਾ ਹੈ, ਕਿਉਂਕਿ ਵਿਆਹ ਕਰਨਾ ਬੜਾ ਔਖਾ ਕੰਮ ਹੈ, ਇਹਦੇ ਵਾਸਤੇ ਬੜਾ ਲਾਮ ਝਾਮ ਪ੍ਰਬੰਧ ਕਰਨਾ ਪੈਂਦਾ ਹੈ। ਪਿੰਡਾਂ ਦੇ 'ਚ ਹੁੰਦਾ ਚਲੋ ਸ਼ਰੀਕੇ ਵਾਲੇ ਮੁੰਡੇ ਆ ਕੇ ਮਦਦ ਕਰ ਦਿੰਦੇ ਆ, ਕੋਈ ਬਜ਼ੁਰਗ ਆ ਗਿਆ, ਕੋਈ ਹਮ ਉਮਰ ਆ ਗਿਆ, ਕੋਈ ਛੋਟਾ ਬੱਚਾ ਆ ਗਿਆ। ਤੇ ਮੈਨੂੰ ਇਹ ਪਤਾ ਲੱਗਿਆ ਵੀ ਤੁਸੀਂ ਇੱਕ ਆਪਣੀ ਹੀ ਟੀਮ ਤਿਆਰ ਕਰੀ ਹੋਈ ਹੈ। ਤੇ ਉਹ ਟੀਮ ਦੇ ਕਿਹੜੇ ਮੈਂਬਰ ਨੇ
ਤੇ ਮੈਂ ਚਾਹੁੰਦਾ ਵੀ ਤੁਸੀਂ ਉਹਨਾਂ ਮੁੰਡਿਆਂ ਦਾ ਵੀ ਜ਼ਿਕਰ ਕਰੋ ਤਾਂ ਕਿ ਉਹਨਾਂ ਨੂੰ ਵੀ ਅੱਗੇ ਨੂੰ ਹੋਰ ਪ੍ਰੇਰਨਾ ਮਿਲ ਸਕੇ ਕੰਮ ਕਰਨ ਦੀ। ਇਹ ਐਦਾਂ ਸੀ ਜੀ, ਜਦੋਂ ਅਸੀਂ ਪਹਿਲਾਂ ਵਿਆਹ ਕਰਿਆ ਕਰਦੇ ਸੀ ਤਾਂ ਅਸੀਂ ਵੇਟਰ ਬੁਲਾਇਆ ਕਰਦੇ ਸੀ ਜੀ। ਫਿਰ ਪਿੰਡ ਦੇ ਨੌਜਵਾਨ ਮੈਨੂੰ ਕਹਿੰਦੇ ਜੀ ਤੁਸੀਂ ਵੇਟਰ ਨਾ ਬੁਲਾਇਆ ਕਰੋ, ਜੀ। ਅਸੀਂ ਆਪ ਸੇਵਾ ਕਰਾਂਗੇ ਜੀ। ਤੇ ਮੈਂ ਕਿਹਾ ਵੀ ਠੀਕ ਹੈ, ਇਹ ਤੋਂ ਵੱਧ ਹੋਰ ਕੀ ਹੈ। ਇੱਕ ਤਾਂ ਨੌਜਵਾਨ ਬਿਜ਼ੀ ਹੋ ਜਾਂਦੇ ਨੇ, ਜੀ। ਕੰਮ ਲੱਗਦੇ ਨੇ, ਤੇ ਫਿਰ ਦੂਜਾ ਉਹਨਾਂ ਨੂੰ ਮੈਂ ਕਹਿੰਦਾ ਸ਼ਾਮ ਨੂੰ ਰੋਜ਼ ਤੁਸੀਂ ਮੇਰੇ ਕੋਲ ਆਇਆ ਕਰੋ, ਜੀ। ਜੋ ਕੁਝ ਖਾਣਾ ਪੀਣਾ ਤੁਸੀਂ ਮੇਰੇ ਕੋਲ ਖਾਇਆ ਪੀਆ ਕਰੋ, ਜੀ। ਤਾਂ ਕਿ ਸ਼ਾਮ ਨੂੰ ਬੈਠਾ ਮੇਰੇ ਅੱਖਾਂ ਦੇ ਸਾਹਮਣੇ ਤਾਂ ਹੈ, ਬਿਲਕੁਲ। ਕਿਸੇ ਗਲਤ ਪਾਸੇ ਨਹੀਂ ਲੱਗਣਗੇ। ਫਿਰ ਉਹ ਹੁਣ ਕਈ ਵਾਰ ਐਦਾਂ ਦਾ ਆਉਂਦਾ ਵੀ ਜਿਹੜੇ ਵਿਆਹ ਵਾਲੇ ਨੇ, ਜੇ ਮੁੰਡੇ ਵਾਲੇ ਕਈ ਤਕੜੇ ਹੁੰਦੇ ਨੇ, ਜੀ। ਬੇਟੀ ਵਾਲੇ ਗਰੀਬ ਹੁੰਦੇ ਨੇ, ਤੇ ਮੁੰਡੇ ਵਾਲੇ ਸ਼ਗਨ ਦੇਣ ਦੇ ਆ ਜਾਂਦੇ ਨੇ ਵੀ ਅਸੀਂ ਵੇਟਰ ਨੂੰ ਉਹ ਟਿਪ ਦੇਣੀ। ਹਾਂਜੀ, ਹਾਂ, ਟਿਪ ਦੇਣੀ। ਤੇ ਆ ਕੇ ਉਹ ਮੁੰਡਿਆਂ ਨੂੰ ਪੁੱਛਦੇ ਆ ਵੀ ਤੁਹਾਡਾ ਹੈੱਡ ਵੇਟਰ ਕੌਣ ਹੈ? ਹਾਂਜੀ। ਉਹ ਮੇਰੇ ਵੱਲ ਇਸ਼ਾਰਾ ਕਰ ਦਿੰਦੇ ਨੇ ਵੀ ਉਹ ਬੈਠਾ। ਵਾਹ। ਤੇ ਉਹ ਮੇਰੇ ਵੱਲ ਦੇਖ ਕੇ ਉਹਨਾਂ ਦੀ ਜ਼ਰੂਰਤ ਨਹੀਂ ਪੈਂਦੀ ਵੀ ਹੁਣ ਕਿਹਨੂੰ ਦਈਏ ਟਿਪ। ਤੇ ਉਹ ਸਾਰੇ ਮੁੰਡੇ 6-6 ਫੁੱਟੇ ਨੇ, ਜੀ। ਕੰਮ ਕਰਦੇ ਨੇ, ਤੇ ਅਸੀਂ ਸ਼ਾਮ ਨੂੰ ਹੁਣ ਵੀ ਉਹ ਮੇਰੇ ਕੋਲ ਆ ਬੈਠਦੇ ਨੇ। ਜੀ। ਸ਼ਾਮ ਨੂੰ ਉਹ ਜੂਸ ਪੀ ਲੈਂਦੇ ਨੇ, ਕਈ ਵਾਰ ਪੀਜ਼ਾ ਮੰਗਾ ਲੈਂਦੇ ਨੇ। ਤਾਂ ਮੈਨੂੰ ਸਿਰਫ ਇਹੀ ਹੁੰਦਾ ਵੀ ਬਾਹਰ ਜੇ ਬੈਠਣਗੇ ਤਾਂ ਕਿਸੇ ਨਸ਼ੇ ਪੱਤਿਆਂ 'ਚ ਲੱਗਣਗੇ, ਮੇਰੇ ਸਾਹਮਣੇ ਬੈਠੇ ਨੇ, ਮਾੜੀ ਸੰਗਤ ਵਿੱਚ ਆਉਣ। ਮਾੜੀ ਸੰਗਤ ਤੋਂ ਬਚਣਗੇ। ਤੇ ਮਾਵੀ ਸਾਹਿਬ, ਤੁਸੀਂ ਜਿੱਥੇ ਲੜਕੀਆਂ ਦੇ ਵਿਆਹ ਕਰ ਰਹੇ ਹੋ ਉੱਥੇ ਸੱਚਮੁੱਚ ਸਾਡੇ ਇਸ ਪਿੰਡ ਦੀ ਜਵਾਨੀ ਨੂੰ, ਕਿਉਂਕਿ ਪਿਆਰ ਜਿਹੜਾ ਕਹਿੰਦੇ ਘਰ ਤੋਂ ਸ਼ੁਰੂ ਹੁੰਦਾ ਹੈ, ਫਿਰ ਸਮਾਜ ਦਾ, ਪਿੰਡ ਦਾ, ਸ਼ਹਿਰ ਦਾ, ਸਟੇਟ ਦਾ, ਨੇਸ਼ਨ ਦਾ, ਇੰਟਰਨੈਸ਼ਨਲ ਤੱਕ ਜਾਂਦਾ ਹੈ। ਤੇ ਤੁਸੀਂ ਆਪਣੇ ਪਿੰਡ ਦੇ ਮੁੰਡਿਆਂ ਨੂੰ ਬਚਾਉਣ ਲੱਗੇ ਹੋਏ ਹੋ ਨਸ਼ਿਆਂ ਤੋਂ, ਮਾੜੀਆਂ ਅਲਾਮਤਾਂ ਤੋਂ। ਤੇ ਮੈਂ ਦੇਖ ਰਿਹਾ ਤੁਹਾਡੇ ਘਰ ਦੇ ਵਿੱਚ ਬਹੁਤ ਮਾਣ ਸਤਿਕਾਰ ਪਏ ਨੇ। ਇਸ ਸਫ਼ਰ ਦੇ ਦੌਰਾਨ ਕੋਈ ਐਸਾ ਮਾਣ ਸਤਿਕਾਰ ਜਿਹੜਾ ਮਾਵੀ ਸਾਹਿਬ ਨੂੰ ਇੱਕ ਸੰਸਥਾ ਕਰਕੇ ਮਿਲਿਆ ਹੋਵੇ, ਜਿਹਦੇ ਤੇ ਅੱਜ ਮਾਵੀ ਸਾਹਿਬ ਨੂੰ ਵੀ ਬਹੁਤ ਜ਼ਿਆਦਾ ਮਾਣ ਹੋਵੇ ਵੀ ਹਾਂ, ਇਸ ਜ਼ਿੰਦਗੀ 'ਚ ਮੈਨੂੰ ਸਭ ਤੋਂ ਵੱਡਾ ਸਨਮਾਨ ਅੱਜ ਮਿਲਿਆ? ਮੈਂ ਤਾਂ ਉਸੇ ਨੂੰ, ਜਿਹੜਾ ਜਦ ਬੱਚਾ ਕੋਈ ਆ ਕੇ ਸਕਸੈਸਫੁਲ ਹੋ ਜਾਂਦਾ, ਜੀ, ਖੁਸ਼ ਹੋ ਜਾਂਦਾ, ਜੀ, ਉਹ ਆ ਕੇ ਮੈਨੂੰ ਕਹਿੰਦਾ ਕਿ ਵੀ ਮੈਂ ਤੁਸੀਂ ਬਹੁਤ ਵਧੀਆ ਕੰਮ ਕਰ ਦਿੱਤਾ, ਜੀ, ਮੈਂ ਤਾਂ ਉਸੇ ਨੂੰ ਆਪਣਾ ਮਾਣ ਸਤਿਕਾਰ ਸਮਝਦਾ। ਜੀ। ਇਸ ਤੋਂ ਇਲਾਵਾ ਕਈ ਮੁੰਡੇ, ਹੁਣ ਮੈਂ ਇਹਨਾਂ ਨੂੰ ਵੀ ਕਹਿਣਾ ਵੀ ਦੇਖੋ ਤੁਹਾਨੂੰ ਸੈਲਫ ਡਿਪੈਂਡੈਂਟ ਹੋਣਾ ਪੈਣਾ। ਜੀ। ਹੁਣ ਮੈਂ 4 ਪਿਗਰੀ ਫਾਰਮ ਬਣਾ ਕੇ ਦਿੱਤੇ ਹੋਏ ਨੇ। ਜੀ। ਕਿਚਨ ਵੇਸਟ ਚੰਡੀਗੜ੍ਹ ਤੋਂ ਆਉਂਦੀ ਸੀ, ਉਹ ਮੁੰਡਿਆਂ ਨੇ ਉੱਥੇ ਪਿਗਰੀ ਫਾਰਮ ਕੀਤੇ ਹੋਏ ਨੇ। ਜੀ। ਜੀ। ਤੇ ਉਹਨਾਂ ਦਾ ਗੁਜ਼ਾਰਾ ਉਹਦੇ ਨਾਲ ਚੱਲਦਾ। ਜੀ। ਉਸ ਤੋਂ ਬਿਨਾਂ ਇੱਕ ਬੀਬੀ ਸੀ ਹੋਰ, ਉਹਦਾ ਹਸਬੈਂਡ ਦੇ ਨਾਲ ਡਾਈਵੋਰਸ ਹੋ ਗਿਆ ਸੀ, ਉਹਨੂੰ ਮੈਂ ਬੱਕਰੀਆਂ ਦਾ ਤੇ ਦੇਸੀ ਮੁਰਗੀਆਂ ਦਾ ਫਾਰਮ ਬਣਾ ਕੇ ਦਿੱਤਾ। ਜੀ। ਇੱਕ ਹੋਰ ਸਾਡੇ ਪਿੰਡ ਦਾ ਹੀ ਮੁੰਡਾ ਸੀ, ਉਹ ਨਸ਼ੇ ਪੱਤੇ 'ਚ ਲੱਗਿਆ ਹੋਇਆ ਸੀ, ਉਹ ਕੋਈ ਕੰਮ ਨਹੀਂ ਸੀ, ਘਰ ਵਿੱਚ ਕਲੇਸ਼ ਰੱਖਦਾ ਸੀ, ਉਹਨੂੰ ਮੈਂ ਇੱਕ ਫਾਰਮ ਬਣਾ ਕੇ ਦਿੱਤਾ। ਉਹ ਹੁਣ ਬਰਾਇਲਰ ਲਿਆਉਂਦਾ, ਕੰਪਨੀ ਵਾਲੇ ਦੇ ਜਾਂਦੇ ਨੇ, ਉਹ ਪਾਲ ਕੇ ਵੇਚਦਾ, 35 ਦਿਨਾਂ 'ਚ ਤਿਆਰ ਹੋ ਜਾਂਦੇ ਨੇ, ਉਹਦਾ ਖਰਚਾ ਉਹਦੇ ਨਾਲ ਚੱਲ ਰਿਹਾ। ਮੈਂ ਬੱਚਿਆਂ ਨੂੰ ਕੰਮ ਵੀ ਲਾਉਂਦਾ ਜੀ, ਵੀ ਨਾਲ ਦੀ ਨਾਲ, ਤਾਂ ਕਿ ਸੈਲਫ ਡਿਪੈਂਡੈਂਟ ਹੋਣ। ਜੀ। ਤੇ ਮਾਵੀ ਸਾਹਿਬ, ਇਹ ਸਮਾਜ ਸੇਵਾ ਦੇ ਨਾਲ ਨਾਲ, ਇੱਧਰ ਉੱਧਰ ਦੀ ਦੌੜ ਭੱਜ ਦੇ ਨਾਲ ਨਾਲ, ਜਿਹੜਾ ਕੁਝ ਵਕਤ ਖਾਲੀ ਮਿਲਦਾ ਹੈ ਸਵੇਰੇ, ਦੁਪਹਿਰੇ, ਸ਼ਾਮ, ਉਹਨੂੰ ਕਿਸ ਰੂਪ ਦੇ ਵਿੱਚ ਤੁਸੀਂ ਗੁਜ਼ਾਰਦੇ ਹੋ? ਸਭ ਤੋਂ ਪਹਿਲਾਂ ਤਾਂ ਸਵੇਰੇ ਜਦ ਮੈਂ ਉੱਠਦਾ ਦਰਬਾਰ ਸਾਹਿਬ ਤੋਂ ਮੁੱਖ ਵਾਕ ਸੁਣਦਾ। ਜੀ। ਉਹ ਮੇਰਾ ਰੂਟੀਨ ਹੈ ਡੇਲੀ, ਰਾਤ ਨੂੰ ਜਿੰਨੇ ਵਜੇ ਮਰਜ਼ੀ ਪਵਾਂ, ਜੀ, ਸਵੇਰੇ ਮੁੱਖ ਵਾਕ ਮੈਂ ਦਰਬਾਰ ਸਾਹਿਬ ਤੋਂ ਸੁਣਨਾ। ਜੀ। ਕੋਸ਼ਿਸ਼ ਕਰਨੀ ਉਹਦੇ ਤੇ ਚੱਲਣ ਦੀ। ਜੀ। ਉਸ ਤੋਂ ਬਾਅਦ ਫਿਰ ਮੈਂ ਜਿਹੜੇ ਕੰਮ ਵਾਲੇ ਆ ਜਾਂਦੇ ਨੇ ਤੇ ਮੁੰਡੇ ਆ ਜਾਂਦੇ ਨੇ, ਉਹਨਾਂ ਨੇ ਜੇ ਕੋਈ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਤਾਂ ਉਹਨਾਂ ਦੇ ਨਾਲ ਉਹਨਾਂ ਦਾ ਕੰਮ ਕਰਵਾਈਦਾ। ਫਿਰ ਮੈਂ ਆਪਣਾ ਖੇਤਾਂ ਵੱਲ ਜਾ ਕੇ ਦੇਖਦਾ। ਜੀ। ਤਾਂ ਇਹ ਦੇਖਦਾ ਵੀ ਕਿਹੜੇ ਮੁੰਡੇ ਨੂੰ ਕਿਹੜਾ ਕੰਮ ਲਾਇਆ ਜਾ ਸਕਦਾ, ਤੇ ਕੋਸ਼ਿਸ਼ ਕਰੀਦੀ ਉਹਨਾਂ ਨੂੰ ਉੱਧਰ ਨੂੰ ਡਾਈਵਰਟ ਕਰਨ ਦੀ। ਜੀ। ਜੀ। ਮਾਵੀ ਸਾਹਿਬ, ਹੁਣ ਤੱਕ ਤੁਸੀਂ ਇੱਕ ਬਹੁਤ ਲੰਮੇ ਸਫ਼ਰ ਦੇ ਪਾਂਧੀ ਬਣ ਕੇ ਰਹੇ ਹੋ। ਕੋਈ ਐਸਾ ਕਾਰਜ, ਕੋਈ ਐਸਾ ਸੁਪਨਾ ਜਿਹੜਾ ਲੱਗਦਾ ਹੋਵੇ ਵੀ ਅਜੇ ਅਧੂਰਾ ਹੈ, ਵੀ ਮੈਂ ਆਹ ਕੰਮ ਅਜੇ ਕਰਨਾ ਹੈ, ਉਹ ਜ਼ਰੂਰ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਹਾਂ, ਹੁਣ ਮੇਰਾ ਲੇਟੈਸਟ ਇਹੀ ਸੀ, ਜਿੱਦਾਂ ਪਰਾਲੀ ਪਿੱਛੇ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਸੀ, ਮੈਂ ਆਪਣੇ ਮੁੰਡਿਆਂ ਨੂੰ ਇਹ ਕਹਿ ਰਿਹਾ ਸੀ, ਮੈਂ ਕਿਹਾ ਵੀ ਯਾਰ ਇਹ ਵੀ ਬਹੁਤ ਵੱਡੀ ਪ੍ਰੋਬਲਮ ਹੈ। ਜੀ। ਵੀ ਮੈਂ ਸਪੋਰਟ ਕਰਦਾ ਤੁਹਾਨੂੰ, ਆਪਾਂ ਪਰਾਲੀ ਕੱਟਣ ਵਾਲੀ ਤੇ ਉਹਨੂੰ ਸਾਂਭਣ ਵਾਲੀ ਤੇ ਉਹ ਤੋਂ ਖਾਦ ਤਿਆਰ ਕਰਨ ਦਾ ਕੰਮ ਸ਼ੁਰੂ ਕਰੀਏ। ਵੀ ਤੁਸੀਂ ਇਹਦੇ ਵਿੱਚ ਜਿਹੜਾ ਜੋ ਯੋਗਦਾਨ ਪੈਸਾ ਮੈਂ ਖਰਚੂੰਗਾ, ਆਪਾਂ ਇਹਨੂੰ ਸਾਂਭੀਏ, ਤਾਂ ਕਿ ਇੱਕ ਤਾਂ ਪੋਲਿਊਸ਼ਨ ਨਾ ਫੈਲੇ, ਦੂਜਾ ਜਿਹੜਾ ਤੁਸੀਂ ਵੀ ਕੰਮ ਲੱਗੋਗੇ, ਤੇ ਤੀਜਾ ਇਹ ਜਿਹੜਾ ਸਾਡਾ এনवायरमेंट ਹੈ ਜਿਹੜਾ ਉਹ ਵਧੀਆ ਰਹੂਗਾ। ਜੀ। ਇਹਨਾਂ ਕੰਮਾਂ ਦੇ ਨਾਲ ਨਾਲ ਮੈਂ ਇੱਕ ਹੋਰ ਆਪਣੀ ਜ਼ਿੰਦਗੀ ਦਾ ਤਜਰਬਾ ਕੀਤਾ ਹੈ ਕਿ ਛੋਟੇ ਬੱਚੇ ਬਹੁਤ ਮਾਸੂਮ ਹੁੰਦੇ ਨੇ, ਉਹਨਾਂ ਨੂੰ ਜਿਸ ਪਾਸੇ ਮਰਜ਼ੀ ਲਾ ਲਓ। ਜੀ, ਬਿਲਕੁਲ। ਮੈਂ ਇੱਕ ਘੋੜਾ ਘੋੜੀ ਲਿਆਂਦੇ ਸੀ। ਜੀ।
ਉਹ ਘੋੜਾ ਘੋੜੀ ਦੀ ਸਵਾਰੀ ਕਰਨ ਵਾਸਤੇ ਉਹ ਬੱਚੇ ਕਹਿੰਦੇ ਸੀ ਅਸੀਂ ਸਵਾਰੀ ਕਰਨੀ ਹੈ ਜੀ ਉਹਨਾਂ ਨੂੰ ਫਿਰ ਜਿਹੜਾ ਇੱਕ ਮੁੰਡਾ ਸੀ ਪਹਿਲਾਂ ਉਹਨਾਂ ਨੂੰ ਗੱਤਕੇ ਦੇ ਇੱਥੇ ਗੁਰ ਸਿਖਾਉਂਦਾ ਸੀ ਜੀ ਉਸ ਤੋਂ ਬਾਅਦ ਘੋੜਾ ਘੋੜੀ ਦੇ ਉੱਤੇ ਸਵਾਰੀ ਕਰਾਉਂਦਾ ਸੀ। ਉਹ ਘੋੜੀ ਇੰਨੀ ਸੈਂਸਿਟਿਵ ਸੀ, ਉਹ ਜਿਹੜਾ ਬਾਲ ਕੱਟੇ ਵਾਲਾ ਸੀ ਆਪਣੇ ਪਿੱਠ ਤੇ ਬੈਠਣ ਨਹੀਂ ਸੀ ਦਿੰਦੀ, ਜੀ ਦੰਦੀ ਵੱਢਦੀ ਸੀ। ਤਾਂ ਉਹ ਬੱਚੇ ਜਿਹੜੇ ਬਾਲ ਕੱਟੇ ਵਾਲੇ ਵੀ ਹੁੰਦੇ ਸੀ ਉਹ ਵੀ ਆਪਣੇ ਸਿਰ ਤੇ ਕੁਛ ਨਾ ਕੁਛ ਢੱਕ ਕੇ ਜਾਂਦੇ ਸੀ ਘੋੜੀ ਨੂੰ ਭੁਲੇਖਾ ਦੇਣ ਵਾਸਤੇ। ਹਾਂ, ਘੋੜੀ ਨੂੰ ਭੁਲੇਖਾ ਦੇਣ ਵਾਸਤੇ। ਫਿਰ ਬਾਅਦ ਵਿੱਚ ਕਈ ਜਿਹੜੇ ਬਾਹਰ ਦੇ ਲੇਬਰ ਦੇ ਬੱਚੇ ਸੀ ਉਹਨਾਂ ਨੇ ਵੀ ਬਾਲ ਰੱਖ ਲਏ ਸਿਰਫ ਘੋੜੀ ਦੀ ਸਵਾਰੀ ਕੀ ਕਰਨ ਬਾਤ ਹੈ ਵਾਸਤੇ। ਮਾਵੀ ਸਾਹਿਬ। ਹੁਣ ਬੱਚੇ ਸ਼ਾਮ ਨੂੰ ਜਾਂਦੇ ਨੇ ਗੁਰਦੁਆਰੇ, ਵਾਪਸੀ ਤੇ ਮੇਰੇ ਕੋਲ ਆ ਜਾਂਦੇ ਨੇ ਵੀ ਪ੍ਰਸ਼ਾਦ ਮਿਲੂਗਾ। ਜੀ ਜੀ ਇਹ ਬੱਚੇ ਜਿਹੜੇ ਬਹੁਤ ਸੱਚੇ ਸੱਚੇ ਮਨ ਦੇ ਹੁੰਦੇ ਨੇ, ਇਹਨਾਂ ਨੂੰ ਜਿਸ ਤਰਫ ਮਿਲਾਓਗੇ ਉਧਰ ਲੱਗ ਜਾਣਗੇ। ਮਾਵੀ ਸਾਹਿਬ ਸੱਚਮੁੱਚ ਧੰਨੋ ਤੁਸੀਂ, ਧੰਨੋ ਤੁਹਾਡੇ ਕਾਰਜ ਕਿ ਤੁਸੀਂ ਛੋਟੇ ਬੱਚੇ ਤੋਂ ਲੈ ਕੇ ਜਵਾਨ ਤੱਕ ਨੂੰ ਇੱਕ ਚੰਗੀ ਸੇਧ ਦੇ ਰਹੇ ਹੋ। ਤੇ ਅੱਜ ਸਾਨੂੰ ਵੀ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ। ਤੇ ਦਰਸ਼ਕੋ, ਇਹ ਸੀ ਸਾਡੇ ਅੱਜ ਦੇ ਸਤਰੰਗ ਸੈਲੀਬ੍ਰਿਟੀ ਸਰਦਾਰ ਸੁਖਜਿੰਦਰ ਸਿੰਘ ਜੀ ਮਾਵੀ, ਜਿਨ੍ਹਾਂ ਨਾਲ ਗੱਲਾਂ ਕਰਕੇ ਸਾਨੂੰ ਤੇ ਸਾਡੇ ਚੈਨਲ ਸਤਰੰਗ ਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ। ਤੇ ਉਮੀਦ ਕਰਦੇ ਹਾਂ ਤੁਸੀਂ ਲਾਈਕ ਦੇ ਜ਼ਰੀਏ, ਕਮੈਂਟ ਦੇ ਜ਼ਰੀਏ ਸਾਡੇ ਇਸ ਪ੍ਰੋਗਰਾਮ ਨੂੰ ਜ਼ਰੂਰ ਪਸੰਦ ਕਰੋਗੇ ਤੇ ਆਪਣੀ ਰਾਏ ਵੀ ਸਾਡੇ ਨਾਲ ਸਾਂਝੀ ਕਰੋਗੇ। ਤੇ ਨੈਕਸਟ ਟਾਈਮ ਫਿਰ ਮਿਲਾਂਗੇ ਇੱਕ ਨਵੇਂ ਸੈਲੀਬ੍ਰਿਟੀ ਦੇ ਨਾਲ, ਇੱਕ ਨਵੇਂ ਮਹਿਮਾਨ ਦੇ ਨਾਲ। ਤਦ ਤੱਕ ਲਈ ਰੱਬ ਰੱਖਾ। ਮੈਂ ਸੁਖਜਿੰਦਰ ਸਿੰਘ ਮਾਵੀ ਵੱਲੋਂ ਸਾਰੇ ਸਤਰੰਗ ਚੈਨਲ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੈਂ ਬੇਨਤੀ ਕਰਦਾ ਹਾਂ ਕਿ ਜਿਨ੍ਹਾਂ ਨੇ ਅਜੇ ਤੱਕ ਸਤਰੰਗ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਸਬਸਕ੍ਰਾਈਬ ਕਰਨ ਤੇ ਇੱਦਾਂ ਦੇ ਹੀ ਚੰਗੇ ਪ੍ਰੋਗਰਾਮ ਦੇਖਦੇ ਰਹਿਣ।